ਉਹਨੂੰ ਲੱਗਿਆ ਹੋਊਗਾ ਕਿ ਨਹੀਂ ਕਰਨੀ ਚਾਹੀਦੀ ਪ੍ਰਮੋਟ ਮੇਰੀ ਫਿਲਮ, ਜਾਂ ਉਹਨੂੰ ਲੱਗਿਆ ਹੋਏਗਾ ਕਿ ਇਹ ਪੰਜਾਬੀ ਜਿਹੜੀ ਹੈਗੀ ਲੈਂਗੁਏਜ ਜਾਂ ਪੰਜਾਬੀ ਫਿਲਮਾਂ ਛੋਟੀਆਂ ਹੈ ਉਹ, ਕਿਉਂਕਿ ਮਿਸ ਯੂਨੀਵਰਸ ਬਣ ਗਈ ਸੀਗੀ ਉਸ ਤੋਂ ਬਾਅਦ, ਤਾਂ ਫਿਰ ਠੀਕ ਹੈ। ਪਰ ਮੈਂ ਤਾਂ ਸਿਰਫ ਕੋਈ ਗੱਲ ਨਹੀਂ, ਉਹਦੀਆਂ ਮੇਰੇ ਲਈ ਤਾਂ ਬੈਸਟ ਵਿਸ਼ੇਜ਼ ਹੈ ਕਿ ਉਹ ਸਕਸੈਸਫੁਲ ਹੋਵੇ, ਮੈਂ ਹੀ ਉਹਨੂੰ ਚਾਂਸ ਦਿੱਤਾ ਸੀ। ਅਸੀਂ ਅੱਜ ਵੀ ਤੁਸੀਂ ਸਾਡੇ ਦੇਖੋਗੇ ਸਾਰੇ ਅਸੀਂ ਉਹਨੂੰ ਟੈਗ ਵੀ ਕਰਦੇ ਹਾਂ, ਕਿਉਂਕਿ ਉਹਨੇ ਇਹਦੇ 'ਚ ਕੰਮ ਕੀਤਾ ਹੈ, ਬਹੁਤ ਖੂਬਸੂਰਤ ਕੰਮ ਕੀਤਾ ਹੈ, ਬੜੀ ਪਿਆਰੀ ਲੱਗੀ ਹੈ ਉਹ ਇਹਦੇ 'ਚ, ਉਦੋਂ ਛੋਟੀ ਵੀ ਸੀਗੀ ਅਤੇ ਅੱਛਾ ਕੰਮ ਹੈ ਉਹਦਾ। ਪਰ ਉਹਦੀ ਮਰਜ਼ੀ ਜੀ, ਕਈ ਚੀਜ਼ਾਂ 'ਚ ਕਮੀ ਹੁੰਦੀ ਹੈ, ਜਿੱਦਾਂ ਇੱਕ ਫਿਲਮ ਜੇ ਕੋਈ ਬੰਦਾ ਲਾਣਾ ਚਾਹੁੰਦਾ ਹੈ ਥੀਏਟਰਾਂ 'ਚ, ਤਾਂ ਦੂਸਰਾ ਬੰਦਾ ਵੀ ਸੇਮ ਡੇਟ 'ਤੇ ਆਪਣੀ ਫਿਲਮ ਲਗਾ ਦਿੰਦਾ ਹੈ। ਇਹ ਨਹੀਂ ਕਿ ਮੈਂ ਗਲੈਮਰਸ ਕੱਪੜੇ ਨਹੀਂ ਪਾਏ ਜਾਂ ਕਿੱਦਾਂ, ਪਰ ਮੈਂ ਬਹੁਤ, ਮੇਰੀ ਇੱਕ ਲਿਮਿਟ ਸੀ ਜਿਹਨੂੰ ਮੈਂ ਕ੍ਰੋਸ ਕਦੀ ਨਹੀਂ ਕੀਤਾ। ਔਰ ਇਹ ਬੜਾ ਦਿਮਾਗ 'ਚ ਲੋਕਾਂ ਦੇ ਵਹਿਮ ਹੈ ਕਿ ਕਾਮੇਡੀ ਵਲਗੈਰਿਟੀ ਦੇ ਨਾਲ ਕ੍ਰੀਏਟ ਹੁੰਦੀ ਹੈ। ਮੈਨੂੰ ਲੱਗਦਾ ਕਿ ਬਹੁਤ ਅੱਛੀਆਂ ਚੀਜ਼ਾਂ ਦੇ ਨਾਲ ਵੀ ਕਾਮੇਡੀ ਕ੍ਰੀਏਟ ਹੁੰਦੀ ਹੈ। ਹੁੰਦੇ ਕਈ ਸ਼ਰਾਰਤੀ ਹੁੰਦੇ, ਕਈ ਤਾਂ ਮੇਰੇ ਨਾਲ ਬਹੁਤ ਅੱਛੀ ਸੀ, ਪ੍ਰੈਸ ਹਮੇਸ਼ਾ ਤੋਂ ਹੀ ਅੱਛੀ ਰਹੀ ਹੈ, ਪਰ ਕਈ ਐਸੇ ਵੀ ਲੋਕ ਹੁੰਦੇ ਜਿਨ੍ਹਾਂ ਨੂੰ ਨਾ ਤਮਾਸ਼ਾ ਕਰਕੇ ਮਜ਼ਾ ਆਉਂਦਾ ਹੈ ਨਾ। ਹਾਂਜੀ, ਤੇ ਉਹ ਇੱਕ ਪੇਪਰ 'ਚ ਲਿਖਤਾ ਕਿਸੇ ਨੇ ਕਿ ਉਪਾਸਨਾ ਸਿੰਘ ਗ੍ਰਿਫਤਾਰ, ਜਦ ਕਿ ਮੈਂ ਘਰ ਹੀ ਸੀਗੀ, ਕੁਝ ਵੀ ਲਿਖ ਦਿੰਦੇ ਇਹ ਲੋਕ। Hello everyone, this is Lalima Sharma and you guys are watching Kent Punjab. Well, ਸਾਡੀ ਪੰਜਾਬੀ ਇੰਡਸਟਰੀ ਦੇ ਵਿੱਚ ਬਹੁਤ ਸਾਰੇ ਆਰਟਿਸਟ ਇਹੋ ਜਿਹੇ ਹੈਗੇ ਨੇ ਜਿਨ੍ਹਾਂ ਤੋਂ ਬਿਨਾਂ ਨਾ ਇੱਕ ਫਿਲਮ ਬਹੁਤ ਅਧੂਰੀ ਲੱਗਦੀ ਹੈ। ਵੈਲ, ਹੁਣ ਇਹ ਆਰਟਿਸਟ ਨਾ ਸਿਰਫ ਐਕਟਰ ਰਹਿ ਗਏ ਨੇ ਬਲਕਿ ਪ੍ਰੋਡਿਊਸਰ ਵੀ ਬਣ ਗਏ ਨੇ ਤੇ ਡਾਇਰੈਕਟਰ ਵੀ ਬਣ ਗਏ ਨੇ। ਵੈਲ, ਆਈ ਐਮ ਟਾਕਿੰਗ ਅਬਾਊਟ ਉਪਾਸਨਾ ਸਿੰਘ। ਸਤਿ ਸ਼੍ਰੀ ਅਕਾਲ ਜੀ। ਕੈਂਟ ਪੰਜਾਬ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਪਿਆਰ, ਸਤਿਕਾਰ, ਸਤਿ ਸ਼੍ਰੀ ਅਕਾਲ, ਨਮਸਤੇ, ਜੈ ਹਿੰਦ, ਆਦਾਬ। Well, we have heard ਕਿ ਤੁਸੀਂ ਬਚਪਨ 'ਚ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। So, if I am not wrong, ਤੇ 1986 ਦੇ ਵਿੱਚ ਤੁਹਾਨੂੰ ਫਰਸਟ ਬ੍ਰੇਕ ਮਿਲਿਆ ਸੀ। Am I right? ਮੈਂ ਪਹਿਲਾਂ ਨਾ ਜਦੋਂ ਮੈਂ 5-6 ਸਾਲ ਦੀ ਸੀਗੀ ਤਾਂ ਮੈਂ ਜਲੰਧਰ ਟੀਵੀ 'ਚ ਬੱਚਿਆਂ ਦੇ ਰੋਲਸ ਕਰਦੀ ਸੀਗੀ, ਅਤੇ ਉਸ ਤੋਂ ਬਾਅਦ ਫਿਰ ਜਦੋਂ ਮੈਂ ਥੋੜ੍ਹੀ ਜਿਹੀ ਯੰਗ ਹੋਈ, ਮਤਲਬ 14 ਕੁ ਸਾਲ ਦੀ ਹੋਈ, ਤਾਂ ਫਿਰ ਮੈਨੂੰ ਉਹਨਾਂ ਨੇ ਹੀਰੋਇਨ ਦੇ ਰੋਲਸ ਦੇਣੇ ਸ਼ੁਰੂ ਕਰਤੇ ਕਿਉਂਕਿ ਮੈਂ ਲੰਬੀ ਲੰਬੀ ਸੀਗੀ। ਅਤੇ ਫਿਰ ਉਸ ਤੋਂ ਬਾਅਦ ਉੱਥੇ ਰੇਡੀਓ ਸਟੇਸ਼ਨ ਸੀ ਜਲੰਧਰ 'ਚ, ਅਤੇ ਰੇਡੀਓ 'ਚ ਮੈਂ ਕਾਫੀ ਪਲੇਜ਼ ਕੀਤੇ। ਇਸ ਕਰਕੇ ਮਤਲਬ ਮੈਨੂੰ ਲੱਗਦਾ ਕਿ ਮੈਂ ਪੈਦਾ ਹੁੰਦੇ ਹੀ ਐਕਟਿੰਗ ਸ਼ੁਰੂ ਕਰ ਦਿੱਤੀ। ਔਰ ਜਿੱਦਾਂ ਲੋਕਾਂ ਨੂੰ ਕਿਹਾ ਜਾਂਦਾ ਕਿ ਤੁਸੀਂ ਕੀ ਬਣੋਗੇ, ਅਤੇ ਬੱਚੇ ਕੋਈ ਕੁਛ ਅਲੱਗ-ਅਲੱਗ ਚੀਜ਼ਾਂ ਦੱਸਦੇ, ਡਾਕਟਰ, ਇੰਜੀਨੀਅਰ ਬਣਨਾ, ਪ੍ਰੋਫੈਸਰ ਬਣਨਾ, ਇਹ ਬਣਨਾ। ਅਤੇ ਮੈਂ ਕਹਿੰਦੀ ਸੀਗੀ ਕਿ ਮੈਨੂੰ ਉਦੋਂ ਨਾ ਹੈਲਨ ਜੀ ਦੇ ਮੈਂ ਡਾਂਸਿਸ ਦੇਖਦੀ ਹੁੰਦੀ ਸੀ, ਬਚਪਨ ਬਹੁਤ ਛੋਟੀ ਸੀ, ਤਾਂ ਮੈਂ ਕਹਿੰਦੀ, ਹੈਲਨ ਨਹੀਂ ਕਹਿਣਾ ਆਉਂਦਾ ਸੀ, ਮੈਂ ਕਹਿੰਦੀ ਸੀ ਮੈਂ ਹਿਨਮਿਨ ਬਣੂੰਗੀ। ਹਿਨਮਿਨ। ਅਤੇ ਮਤਲਬ ਜਦੋਂ ਸਾਰਿਆਂ ਨੇ ਕਹਿਣਾ ਕਿ ਨਾ ਜਿੱਦਾਂ ਸਕੂਲ ਟਾਈਮ ਤੋਂ ਹੀ ਉਹ ਦੇਖੋ ਹੀਰੋਇਨ ਜਾ ਰਹੀ ਹੈ ਜਾਂ ਕਿੱਦਾਂ, ਕਿਉਂਕਿ ਉੱਥੇ ਹੀਰੋਇਨ ਦਾ ਮਤਲਬ ਹੁੰਦਾ ਹੈ ਕਿ ਕੋਈ ਬਹੁਤ ਹੀ ਜ਼ਿਆਦਾ ਖੂਬਸੂਰਤ, ਕੋਈ ਪਰੀ ਉਤਰ ਕੇ ਆਈ ਹੋਵੇ, ਅਤੇ ਉਹ ਬੱਚੇ ਮੈਨੂੰ ਬਹੁਤ ਛੇੜਦੇ ਸੀਗੇ। ਪਰ ਮੈਂ ਸ਼ੁਰੂਆਤ ਹੀ ਮੇਰੀ, ਕਿਉਂਕਿ ਮੈਨੂੰ ਹਮੇਸ਼ਾ ਹੀ ਇਸ ਲਾਈਨ ਨਾਲ ਬਹੁਤ ਲਗਾਵ ਰਿਹਾ, ਅਤੇ ਮੈਂ ਯੂਥ ਫੈਸਟੀਵਲਸ 'ਚ ਪਾਰਟੀਸਪੇਟ ਕਰਨਾ। ਫਿਰ ਮੈਂ ਆਪਣੀ ਮਦਰ ਨੂੰ ਕਿਹਾ ਮੈਨੂੰ 10ਵੀਂ ਤੋਂ ਹੋਰ ਨਹੀਂ ਮੈਂ ਪੜੂੰਗੀ, ਕਿਉਂਕਿ ਮੈਂ ਕਿਹਾ ਮੇਰਾ ਟਾਈਮ ਵੇਸਟ ਹੋ ਰਿਹਾ, ਮੈਂ ਬੰਬੇ ਜਾਣਾ, ਮੈਂ ਹੀਰੋਇਨ ਬਣਨਾ। ਅਤੇ ਮੇਰੇ ਘਰ 'ਚ ਕੀ ਸਾਰੇ ਪੜ੍ਹੇ ਲਿਖੇ ਹੈ, ਜਿੱਦਾਂ ਮੇਰੀ ਮਦਰ ਉਸ ਟਾਈਮ ਦੀ BA ਸੀਗੀ ਜਦੋਂ ਕੁੜੀਆਂ ਨਹੀਂ ਪੜ੍ਹਦੀਆਂ ਸੀ। ਫਿਰ ਮੇਰੀ ਭੈਣ MA MPhil PhD ਹੈ, ਅਤੇ ਮੰਮੀ ਨੇ ਕਿਹਾ ਕਿ ਨਹੀਂ, ਸਾਡੀ ਫੈਮਿਲੀ ਸਾਰੀ ਐਜੂਕੇਟਿਡ ਲੋਕਾਂ ਦੀ ਹੈ, ਤੂੰ MA ਕਰ ਲਾ, ਉਸ ਤੋਂ ਬਾਅਦ ਫਿਰ ਚਲੀ ਜਾ, ਕੀ ਪਤਾ ਮਤਲਬ ਵਾਹਿਗੁਰੂ ਕਰੇ ਕਿ ਸਭ ਅੱਛਾ ਹੋਏ, ਜੇ ਨਹੀਂ ਹੋਇਆ ਤਾਂ ਤੇਰੇ ਕੋਲ ਘੱਟ ਤੋਂ ਘੱਟ ਡਿਗਰੀ ਹੋਣੀ ਚਾਹੀਦੀ ਹੈ। ਫਿਰ ਮੇਰੇ ਨਾ ਜਿਹੜੇ ਸਬਜੈਕਟਸ ਰਹੇ BA 'ਚ 10ਵੀਂ ਤੱਕ ਤਾਂ ਉਹੀ ਰੱਖਣਾ ਪੈਂਦਾ ਸੀ, ਜੋ ਸਾਰਾ ਕੁਛ ਉਹੀ ਨਾ, ਹਿਸਟਰੀ, ਸਾਇੰਸ ਵਾਇੰਸ, ਇਹ ਉਹ। ਅਤੇ ਜਿਹੜੇ ਮੇਰੇ ਸਬਜੈਕਟਸ ਰਹੇ ਉਹ ਸੀ ਪੇਂਟਿੰਗ, ਡਾਂਸ ਐਂਡ ਮਿਊਜ਼ਿਕ। ਉਸ ਤੋਂ ਬਾਅਦ ਫਿਰ ਮੈਂ MA ਕੀਤੀ, MA ਇਨ ਡਰਾਮੈਟਿਕ ਆਰਟਸ ਚੰਡੀਗੜ੍ਹ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ, ਅਤੇ ਇੰਡੀਅਨ ਥੀਏਟਰ ਤੋਂ ਮੈਂ MA ਕੀਤੀ। ਫਿਰ ਮੈਂ ਫਿਲਮ ਐਪਰੀਸੀਏਸ਼ਨ ਕੋਰਸ ਕੀਤਾ ਪੂਨੇ ਤੋਂ। ਮਤਲਬ ਮੇਰੀ ਸਾਰੀ ਜਰਨੀ ਇਸ ਲਾਈਨ 'ਤੇ ਹੀ ਰਹੀ। ਤਾਂ ਮੈਂ ਕਾਫੀ ਕੰਮ ਕੀਤਾ। ਸਟੱਡੀ ਦੇ ਦੌਰਾਨ ਮੇਰੀਆਂ 4 ਫਿਲਮਾਂ ਰਿਲੀਜ਼ ਹੋਈਆਂ। ਇੱਕ ਦਾ ਨਾਮ ਸੀ ਬਦਲਾ ਜੱਟੀ ਦਾ, ਬਹੁਤ ਵੱਡੀ ਹਿੱਟ ਸੀ, ਉਦੋਂ ਮੈਂ ਪੜ੍ਹਦੀ ਸੀ। ਔਰ ਫਿਰ ਇੱਕ ਹੋਈ ਗੁਜਰਾਤੀ ਫਿਲਮ, ਉਹਦਾ ਨਾਮ ਸੀ ਅਹਿਮਦਾਬਾਦ ਨੂੰ ਰਿਕਸ਼ਾ ਵਾਲੋ, ਅਸਰਾਨੀ ਜੀ ਨੇ ਡਾਇਰੈਕਟ ਕੀਤੀ ਸੀ, ਬਹੁਤ ਵੱਡੀ ਉਹ ਵੀ ਹਿੱਟ ਸੀ। ਫਿਰ ਮੇਰੀ ਫਿਲਮ ਸੀ 2240 ਸਾਸਰੀਏ, ਇਹ ਮਾਰਵਾੜੀ ਫਿਲਮ ਹੈ ਔਰ ਅੱਜ ਤੱਕ ਰਾਜਸਥਾਨ 'ਚ ਇਹ ਤੋਂ ਵੱਡੀ ਹਿੱਟ ਫਿਲਮ ਨਹੀਂ ਹੈ। ਫਿਰ ਇੱਕ ਮੈਂ ਫਿਲਮ ਉਦੋਂ ਹੀ ਕੀਤੀ ਰਾਮਵਤੀ, ਉਹ 'ਚ ਮੇਰਾ ਡਬਲ ਰੋਲ ਸੀ, ਮੈਂ ਡਾਕੂ ਸੀਗੀ ਔਰ ਇੰਸਪੈਕਟਰ ਸੀ। ਅਤੇ ਸਟੱਡੀ ਦੇ ਦੌਰਾਨ ਜਿਹੜੀਆਂ ਵੀ ਮੈਂ 4 ਫਿਲਮਾਂ ਕੀਤੀਆਂ, ਮਤਲਬ ਪਰਮਾਤਮਾ ਦਾ ਇੰਨਾ ਮੇਰੇ 'ਤੇ ਕਰਮ ਰਿਹਾ, ਇੰਨਾ ਮਤਲਬ ਉਹਨਾਂ ਦੀ ਮੇਰੇ ਆਸ਼ੀਰਵਾਦ ਰਿਹਾ ਕਿ ਮੇਰੀ 4 ਦੀਆਂ 4 ਫਿਲਮਾਂ ਸੁਪਰ ਹਿੱਟ ਰਹੀਆਂ।
ਤੁਸੀਂ ਬਹੁਤ ਲੰਬੇ ਸਮੇਂ ਤੋਂ ਇਸ ਇੰਡਸਟਰੀ ਦੇ ਵਿੱਚ ਹੈਗੇ ਹੋ, ਇੱਕ ਬਹੁਤ ਲੰਬੀ ਜਰਨੀ ਤੈਅ ਕੀਤੀ ਹੈ ਤੁਸੀਂ। ਸੋ ਜਦੋਂ ਤੁਸੀਂ ਸ਼ੁਰੂਆਤ ਕੀਤੀ ਉਦੋਂ ਦੀ ਉਪਾਸਨਾ ਸਿੰਘ ਐਂਡ ਹੁਣੇ ਦੀ ਉਪਾਸਨਾ ਸਿੰਘ, ਕਿੰਨੇ ਜ਼ਿਆਦਾ ਚੇਂਜਸ ਆਏ ਨੇ ਐਂਡ ਜੋ ਮੁਕਾਮ ਤੁਸੀਂ ਹਾਸਲ ਕੀਤਾ ਹੈ ਉਸ ਦੇ ਬਾਰੇ ਤੁਸੀਂ ਕੀ ਸੋਚਦੇ ਹੋ? ਬਹੁਤ ਜ਼ਿਆਦਾ ਲਾਈਫ ਚੇਂਜ ਹੋਈ। ਮਤਲਬ ਮੈਂ ਜਦੋਂ ਮੈਂ ਆਈ ਸੀਗੀ ਉਦੋਂ ਮੇਰੀ ਮਦਰ ਨੇ ਮੇਰਾ ਬਹੁਤ ਸਾਥ ਦਿੱਤਾ। ਮੇਰੀ ਮਦਰ ਹਮੇਸ਼ਾ ਕਹਿੰਦੇ ਸੀਗੇ ਕਿ ਜਿਹੜੀਆਂ ਮੇਰੀਆਂ, ਅਸੀਂ 2 ਸਿਸਟਰਸ ਹੈ, ਮੇਰੀ ਸਿਸਟਰ ਦਾ ਨਾਮ ਨਿਰੁਪਮਾ ਹੈ, ਕਿ ਮੇਰੀਆਂ ਬੇਟੀਆਂ ਜੋ ਚਾਹੂਗੀਆਂ ਨਾ ਉਹਨਾਂ ਨੂੰ ਉਹੀ ਕਰਨਾ ਚਾਹੀਦਾ ਹੈ ਨਾ। ਅਤੇ ਉਦੋਂ ਸਾਡੇ ਸਾਰੇ ਰਿਸ਼ਤੇਦਾਰਾਂ ਨੇ ਕਿਹਾ ਕਿ ਨਹੀਂ, ਸਾਡੀ ਕੁੜੀ ਜਿਹੜੀ ਹੈਗੀ ਹੈ ਫਿਲਮ ਲਾਈਨ 'ਚ ਨਹੀਂ ਜਾਊਗੀ। ਫਿਲਮ ਲਾਈਨ ਨੂੰ ਥੋੜ੍ਹਾ ਜਿਹਾ ਡਿਫਰੈਂਟ ਨਜ਼ਰ ਦੇ ਨਾਲ ਦੇਖਿਆ ਜਾਂਦਾ ਸੀ, ਹੁਣ ਲੋਕ ਸਮਝਣ ਲੱਗ ਗਏ। ਅਤੇ ਉਦੋਂ ਉਹਨਾਂ ਨੇ ਕਿਹਾ ਕਿ ਨਹੀਂ, ਤਾਂ ਮੇਰੀ ਮਦਰ ਨੇ ਕਿਹਾ ਕਿ ਨਹੀਂ, ਉਹਦੀ ਬਚਪਨ ਤੋਂ ਖੁਆਇਸ਼ ਹੈ ਅਤੇ ਉਹਨੂੰ ਜਾਣਾ ਹੀ ਚਾਹੀਦਾ। ਮੈਨੂੰ ਇੰਨਾ ਯਾਦ ਹੈ ਕਿ ਮੇਰੇ ਮੰਮੀ ਕੋਲ ਸਿਰਫ ਇੱਕ ਕੰਨ ਦੇ ਛੋਟੇ ਜਿਹੇ ਟੋਪਸ ਰਹਿ ਗਏ ਸੀ, ਬਾਕੀ ਉਹਨਾਂ ਨੇ ਆਪਣਾ ਸਾਰਾ ਕੁਝ ਵੇਚਤਾ, ਜੋ ਵੀ ਉਹਨਾਂ ਕੋਲ ਸੀ, ਜਿਊਲਰੀ ਸੀ ਜਾਂ ਕੁਝ ਵੀ, ਸਾਰਾ ਕੁਝ ਵੇਚ ਕੇ ਉਹਨਾਂ ਨੇ ਇੱਕ ਮੈਨੂੰ 1 ਰੂਮ ਕਿਚਨ ਦਾ ਫਲੈਟ ਲੈ ਕੇ ਦਿੱਤਾ। ਅਤੇ ਮਤਲਬ ਮੈਂ ਬਹੁਤ ਉਤਾਰ ਚੜ੍ਹਾਅ ਵੀ ਦੇਖੇ, ਜਿੱਦਾਂ ਕਿ ਮੇਰੀ ਮਦਰ ਨੂੰ ਮੇਰੇ 'ਤੇ ਬਹੁਤ ਟਰਸਟ ਸੀਗਾ। ਉਹਨਾਂ ਨੂੰ ਪਤਾ ਸੀ, ਉਹ ਕਹਿੰਦੇ ਸੀ ਕਿ ਮੈਂ ਸਾਰਿਆਂ ਨਾਲ ਲੜ ਕੇ ਤੈਨੂੰ ਫਿਲਮ ਲਾਈਨ 'ਚ ਭੇਜਿਆ, ਅਤੇ ਤੂੰ ਮੇਰੀ ਨਾ ਇੱਦਾਂ ਨਹੀਂ ਕਿ ਮੇਰੀਆਂ ਅੱਖਾਂ ਨਹੀਂ ਨੀਵੀਆਂ ਹੋਣੀਆਂ ਚਾਹੀਦੀਆਂ ਕਦੀ ਵੀ, ਕਿ ਲੋਕਾਂ ਨੂੰ ਇਹ ਨਹੀਂ ਲੱਗਣਾ ਚਾਹੀਦਾ ਕਿ ਮਤਲਬ ਕਿ ਦੇਖੋ ਜੀ ਇਹਨੇ ਵੀ ਉਹੀ ਕੰਮ ਕੀਤੇ। ਇਸ ਕਰਕੇ ਮੈਂ ਆਪਣੀ ਲਾਈਫ 'ਚ, ਤੁਸੀਂ ਮੇਰੀਆਂ ਫਿਲਮਾਂ ਦੇਖੀਆਂ ਹੋਣੀਆਂ, ਤੁਸੀਂ ਇਹ ਨਹੀਂ ਕਿ ਮੈਂ ਗਲੈਮਰਸ ਕੱਪੜੇ ਨਹੀਂ ਪਾਏ ਜਾਂ ਕਿੱਦਾਂ, ਪਰ ਮੈਂ ਬਹੁਤ, ਮੇਰੀ ਇੱਕ ਲਿਮਿਟ ਸੀ ਜਿਹਨੂੰ ਮੈਂ ਕ੍ਰੋਸ ਕਦੀ ਨਹੀਂ ਕੀਤਾ। ਔਰ ਤੁਸੀਂ ਮੇਰੇ ਨਾਲ ਲਈ ਜ਼ਿਆਦਾ ਕਦੀ ਕੋਈ ਕੰਟਰੋਵਰਸੀਜ਼ ਨਹੀਂ ਪੜ੍ਹੀਆਂ ਹੋਣੀਆਂ, ਕਿਉਂਕਿ ਮੈਂ ਕਦੀ ਪਾਰਟੀਜ਼ 'ਚ ਨਹੀਂ ਜ਼ਿਆਦਾ ਜਾਂਦੀ ਸੀ। ਮੈਨੂੰ ਹਮੇਸ਼ਾ ਇੱਦਾਂ ਲੱਗਦਾ ਸੀ ਕਿ ਮੇਰੀ ਮਦਰ ਨੇ ਮੈਨੂੰ ਇੰਨਾ ਟਰਸਟ ਕਰਕੇ, ਸਾਰਿਆਂ ਨਾਲ ਉਹ ਕਰਕੇ, ਮੇਰੀ ਮਦਰ ਮੈਨੂੰ ਇੱਥੇ ਤੱਕ ਲੈ ਕੇ ਆਏ ਹੈ ਨਾ। ਅਤੇ ਫਿਰ ਮੈਂ ਸਰਦਾਰਨੀ, ਮੈਂ ਕਿਸੇ ਦੀ ਗੱਲ ਸਹਿੰਦੀ ਨਹੀਂ ਸੀ ਜ਼ਿਆਦਾ। ਪਰ ਵਾਹਿਗੁਰੂ ਦਾ ਮਤਲਬ ਇੰਨੇ, ਮੈਂ ਤੁਹਾਨੂੰ ਫਿਰ ਕਹੂੰਗੀ ਕਿ ਇੰਨਾ ਮੇਰੀ ਮਦਰ ਦਾ ਆਸ਼ੀਰਵਾਦ, ਮੇਰੀ ਸਿਸਟਰ ਦਾ ਸਾਥ, ਔਰ ਪਰਮਾਤਮਾ ਦਾ, ਔਰ ਫਿਰ ਮੇਰੇ ਦਰਸ਼ਕ। ਮਤਲਬ ਮੈਂ ਇਹ ਕਹਿੰਦੀ ਹਾਂ ਕਿ ਜੇ ਮੈਂ ਅੱਜ ਹੁਣ ਤੱਕ ਕੰਮ ਕਰ ਰਹੀ ਹਾਂ, ਜਾਂ ਲੋਕ ਇੰਨਾ ਕੁਛ, ਮੈਂ ਇੰਨੇ ਸੀਰੀਅਲਸ, ਇੰਨੀਆਂ ਫਿਲਮਾਂ, ਸਾਰੀਆਂ ਰੀਜਨਲ ਫਿਲਮਾਂ, ਮਤਲਬ ਕੁਛ ਛੱਡਿਆ ਹੀ ਨਹੀਂ। ਅਤੇ ਹੁਣ ਮੈਂ ਪ੍ਰੋਡਿਊਸ ਵੀ ਕਰ ਰਹੀ ਹਾਂ, ਫਿਰ ਡਾਇਰੈਕਟ ਵੀ ਕਰ ਰਹੀ ਹਾਂ। ਉਹਦਾ ਸਭ ਤੋਂ ਵੱਡਾ ਰੀਜ਼ਨ ਹੈ ਨਾ, ਜਿਹੜੇ ਉਹ ਮੇਰੇ ਦਰਸ਼ਕਾਂ ਦਾ ਪਿਆਰ ਹੈ। ਉਹ ਅੱਜ ਵੀ ਮੈਨੂੰ ਇੰਨਾ ਜ਼ਿਆਦਾ ਲਾਈਕ ਕਰਦੇ ਆ, ਮੈਨੂੰ ਉਹਨਾਂ ਦੇ ਮੈਸੇਜਿਸ ਮਿਲਦੇ ਆ, ਉਹ ਮੈਨੂੰ ਇੰਨਾ ਸਪੋਰਟ ਕਰਦੇ ਆ। ਤਾਂ ਥੈਂਕ ਯੂ, ਮੈਂ ਜੋ ਵੀ ਹਾਂ ਤੁਹਾਡੀ ਵਜ੍ਹਾ ਨਾਲ ਹੈ। ਸੋ ਜਦੋਂ ਤੁਸੀਂ ਮੁੰਬਈ ਆਏ ਸੀ, ਓਬਵੀਅਸ ਜੀ ਗੱਲ ਹੈ ਕਿ ਤੁਸੀਂ ਬਹੁਤ ਸਾਰੇ ਆਡੀਸ਼ਨਸ ਦਿੱਤੇ ਹੋਣੇ ਨੇ। ਸੋ ਕੋਈ ਇਹੋ ਜਿਹੀ ਯਾਦ ਹੈਗੀ ਹੈ, ਯਾਨੀ ਕਿ ਕੋਈ ਇਹੋ ਜਿਹੇ ਆਡੀਸ਼ਨ ਯਾਦ ਹੈ ਕਿ ਉਹ ਹਮੇਸ਼ਾ ਨਾ ਤੁਹਾਡੇ ਨਾਲ ਰਹੇਗਾ, ਉਹ ਉਸ ਦੀ ਮੈਮਰੀ ਹਮੇਸ਼ਾ ਤੁਹਾਡੇ ਨਾਲ ਰਹੇਗੀ? ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਮੇਰੀ ਸਟੱਡੀ ਦੇ ਦੌਰਾਨ ਮੈਂ 4 ਫਿਲਮਾਂ ਕੀਤੀਆਂ, ਉਹ ਚਾਰੋਂ ਹਿੱਟ ਸੀਗੀਆਂ, ਔਰ ਸਾਰੀਆਂ ਹੀ ਅਲੱਗ ਲੈਂਗੁਏਜ ਦੀਆਂ ਸੀ। ਇੱਕ ਹਿੰਦੀ ਸੀ, ਇੱਕ ਗੁਜਰਾਤੀ ਸੀ, ਇੱਕ ਮਾਰਵਾੜੀ ਸੀ, ਇੱਕ ਪੰਜਾਬੀ ਸੀ। ਅਤੇ ਮੈਂ ਜਦੋਂ ਆਈ ਤਾਂ ਮੈਨੂੰ ਮਤਲਬ ਇੰਡਸਟਰੀ ਨੇ ਬਹੁਤ ਮਤਲਬ ਇੱਦਾਂ ਨਹੀਂ ਹੋਇਆ ਕਿ ਮੈਂ ਲੋਕਾਂ ਦੇ, ਮੈਨੂੰ ਅੱਜ ਤੱਕ ਵੀ ਕਈਆਂ ਦੇ ਆਫਿਸਿਸ ਨਹੀਂ ਪਤਾ, ਮੈਂ ਜਿਨ੍ਹਾਂ ਦੀਆਂ ਫਿਲਮਾਂ ਵੀ ਕੀਤੀਆਂ, ਅਤੇ ਮੈਨੂੰ ਕੰਮ ਬਹੁਤ ਛੇਤੀ ਮਿਲਿਆ। ਮਤਲਬ ਕੰਮ, ਮੈਂ ਜਦੋਂ ਆਈ ਸੀ ਉਦੋਂ ਹੀ ਮੈਂ 3-3 ਸ਼ਿਫਟਾਂ 'ਚ ਕੰਮ ਕਰਦੀ ਸੀ। ਇੱਦਾਂ ਨਹੀਂ ਹੋਇਆ ਕਿ ਮੈਂ, ਹਾਂ, ਆਦਮੀ ਦੀ ਸਟਰਗਲ ਜਿਹੜੀ ਉਹ ਲਾਈਫ ਭਰ ਚੱਲਦੀ ਰਹਿੰਦੀ ਹੈ, ਕਿਉਂਕਿ ਉਹ ਚਾਹੁੰਦਾ ਕਿ ਮੈਂ ਇਹ ਤੋਂ ਬਿਹਤਰ ਕਰਾਂ, ਇਹ ਤੋਂ ਬਿਹਤਰ ਕਰਾਂ, ਹੈ ਨਾ, ਕੁਛ ਹੋਰ ਅੱਛਾ ਕਰਾਂ। ਪਰ ਕੰਮ ਦੀ ਮੇਰੇ ਕੋਲ ਟੱਚਵੁੱਡ ਕਦੀ ਕਮੀ ਨਹੀਂ ਰਹੀ। ਅਤੇ ਇਸ ਕਰਕੇ, ਕਿਉਂਕਿ ਮੈਂ ਆਪਣੇ ਆਪ ਨੂੰ ਬੰਨ੍ਹ ਕੇ ਨਹੀਂ ਰੱਖਿਆ। ਜਦੋਂ ਮੈਂ ਇੰਡਸਟਰੀ 'ਚ ਐਂਟਰ ਕੀਤਾ ਸੀ ਉਦੋਂ ਮੈਂ 17 ਕੁ ਸਾਲ ਦੀ ਸੀਗੀ। ਫਿਰ ਉਸ ਤੋਂ ਬਾਅਦ ਮੈਂ ਬਹੁਤ ਸਾਰੇ ਹੀਰੋਇਨ ਦੇ ਰੋਲ ਕੀਤੇ। ਜਦੋਂ ਮੈਂ ਲੋਫਰ ਫਿਲਮ ਕੀਤੀ ਪਹਿਲੀ ਐਜ਼ ਏ ਕੈਰੈਕਟਰ ਆਰਟਿਸਟ, ਉਹਦੇ 'ਚ ਜੂਹੀ ਚਾਵਲਾ ਜੀ ਸੀਗੇ, ਔਰ ਅਨਿਲ ਕਪੂਰ ਜੀ ਸੀ, ਮੈਂ ਔਰ ਸ਼ਕਤੀ ਕਪੂਰ ਸੀਗੇ। ਅਤੇ ਮੈਂ ਉਦੋਂ 21 ਸਾਲ ਦੀ ਸੀਗੀ, ਔਰ ਮੈਂ ਉਦੋਂ ਹੀਰੋਇਨ ਸੀ। 21 ਸਾਲ ਕੋਈ ਵੱਡੀ ਉਮਰ ਨਹੀਂ ਹੁੰਦੀ। ਅਤੇ ਪਰ ਮੈਨੂੰ, ਕਿਉਂਕਿ ਮੈਂ ਥੀਏਟਰ ਤੋਂ ਬਿਲੋਂਗ ਕਰਦੀ, ਮੈਨੂੰ ਲੱਗਦਾ ਸੀ ਕਿ ਮੈਂ ਹੀਰੋਇਨ ਦੇ ਰੋਲ ਕਰ ਰਿਹਾ, ਹੁਣ ਮੈਂ ਕੋਈ ਹੋਰ ਰੋਲ ਕਰਾਂ, ਫਿਰ ਮੈਂ ਕੁਛ ਹੋਰ ਕਰਾਂ, ਹੈ ਨਾ। ਇਸ ਕਰਕੇ ਮੈਂ ਆਪਣੇ ਨੂੰ ਬੰਨਿਆ ਨਹੀਂ ਕਿ ਮੈਂ ਸਿਰਫ ਹੀਰੋਇਨ ਦੇ ਹੀ ਰੋਲ ਕਰੂੰਗੀ। ਅਤੇ ਮੈਂ ਨੈਗੇਟਿਵ ਰੋਲਸ ਵੀ ਕੀਤੇ। ਤੁਸੀਂ ਮੈਨੂੰ ਦੇਖਿਆ ਹੋਣਾ, ਮੇਰਾ ਇੱਕ ਸੀਰੀਅਲ ਆਉਂਦਾ ਸੀਗਾ ਸੋਨਪਰੀ, ਉਹਦੇ 'ਚ ਮੈਂ ਕਾਲੀ ਪਰੀ ਸੀ, ਕਰੂਐਲਾ, ਬਹੁਤ ਹਿੱਟ ਸੀਗਾ ਸੀਰੀਅਲ। ਉਹ 'ਚ ਮੇਰਾ ਡਾਇਲੋਗ ਬਹੁਤ ਹਿੱਟ ਸੀ, ਸ਼ੈਤਾਨ ਸੇ ਜਨਮੀ ਅੰਧੇਰੋਂ में पली कहते हैं सब मुझको काली परी। ਉਹ ਬਹੁਤ ਵੱਡਾ ਹਿੱਟ ਹੋਇਆ। ਫਿਰ ਮਾਈ ਫਰੈਂਡ ਗਣੇਸ਼ਾ ਮੈਂ ਕੀਤੀ, ਉਹਦੇ 'ਚ ਮੈਂ ਮਤਲਬ ਮਰਾਠੀ ਇੱਕ ਬਾਈ ਦਾ ਰੋਲ ਕੀਤਾ, ਔਰ ਮੇਰੇ 'ਤੇ ਫਿਲਮ ਸੀ ਇੱਕ ਐਨੀਮੇਟਿਡ ਗਣੇਸ਼ ਜੀ ਆਪਣਾ ਸੀਗੇ, ਅਤੇ ਇੱਕ ਬੱਚਾ ਸੀ ਔਰ ਮੈਂ, ਸਾਡੇ 'ਤੇ ਉਹ ਬਹੁਤ ਹਿੱਟ ਰਹੀ।
मैं ਨੈਗੇਟਿਵ ਵੀ ਕੀਤੇ ਰੋਲਸ, ਮੈਂ ਪੋਜ਼ਿਟਿਵ ਵੀ ਕੀਤੇ ਰੋਲਸ, ਮੈਂ ਕਾਮੇਡੀ ਵੀ ਕੀਤੀ, ਮੈਂ ਐਕਸ਼ਨ ਫਿਲਮਾਂ ਵੀ ਕੀਤੀਆਂ, ਮੈਂ ਰੀਜਨਲ ਫਿਲਮਾਂ ਵੀ ਕੀਤੀਆਂ ਇੰਡੀਆ ਦੀਆਂ। ਮੈਨੂੰ ਨਹੀਂ ਲੱਗਦਾ ਕਿ ਹਾਂ 2-3 ਲੈਂਗੁਏਜਸ ਨੂੰ ਛੱਡ ਕੇ ਸਾਊਥ ਦੀਆਂ, ਬਾਕੀ ਹਰ ਲੈਂਗੁਏਜ 'ਚ ਮੈਂ ਕੰਮ ਕੀਤਾ ਅਤੇ ਇਸ ਕਰਕੇ ਸ਼ਾਇਦ ਮੈਨੂੰ ਕੰਮ ਮਿਲਦਾ ਰਿਹਾ, ਕਿਉਂਕਿ ਮੈਂ ਕਦੀ ਇਹ ਨਹੀਂ ਸੋਚਿਆ ਕਿ ਕਈ ਲੋਕ ਕਹਿੰਦੇ ਕਿ ਨਹੀਂ ਜੀ ਮੈਂ ਤਾਂ ਸਿਰਫ ਹੀਰੋਇਨ ਹੀ ਰੋਲ ਕਰਨਾ, ਮੈਂ ਕੋਈ ਦੂਜਾ ਰੋਲ ਨਹੀਂ ਕਰਨਾ, ਮੈਂ ਸਿਰਫ ਹੀਰੋ ਹੀ ਬਣਨਾ ਹੈਗਾ ਹੈ ਨਾ। ਤਾਂ ਤੁਸੀਂ ਆਪਣੇ ਆਪ ਨੂੰ ਬੰਨ੍ਹ ਲੈਂਦੇ ਹੋ। ਅਤੇ ਹੁਣ ਜਿੱਦਾਂ ਤੁਸੀਂ ਥੋੜ੍ਹੀ ਦੇਰ ਪਹਿਲਾਂ ਮੇਰੀ ਇੱਕ ਵੈਬ ਸੀਰੀਜ਼ ਦੇਖੀ ਹੋਣੀ ਹੈ, ZEE5 'ਤੇ ਆਈ ਹੈ ਮਾਸੂਮ, ਮੈਂ ਔਰ ਬਮਨ ਈਰਾਨੀ ਮੇਰੇ ਹਸਬੈਂਡ ਦਾ ਰੋਲ ਕਰ ਰਹੇ, ਔਰ ਉਹ ਮੇਰਾ ਇੱਕ ਬਿਲਕੁਲ ਹੀ ਡਿਫਰੈਂਟ कैरेक्टर है और बहुत ही मतलब ਉਹ ਲੇਡੀ ਇੱਕ ਐਸੀ ਦਿਖਾਈ ਹੈ ਜਿਹਦੇ ਹੱਥ ਪੈਰ ਨਹੀਂ ਚੱਲਦੇ, ਉਹ ਸਿਰਫ ਐਨੇ ਮਤਲਬ ਫੇਸ ਤੋਂ ਤੁਸੀਂ ਜ਼ਿਆਦਾ ਰਿਐਕਟ ਕਰਨਾ ਔਰ ਬਹੁਤ ਹੀ ਸਟਲ, ਕੋਈ ਕਾਮੇਡੀ ਨਹੀਂ, ਬਹੁਤ ਸੀਰੀਅਸ। ਔਰ ਮਤਲਬ ਤੁਸੀਂ ਇਹ ਦੇਖੋ ਕਿ ਲੋਕ ਇੰਨੀ ਜ਼ਬਰਦਸਤ ਕਾਮੇਡੀ ਮੇਰੀਆਂ ਫਿਲਮਾਂ ਦੇਖਣ ਤੋਂ ਬਾਅਦ ਮੈਨੂੰ ਉਸ ਰੋਲ 'ਚ ਵੀ ਐਕਸੈਪਟ ਕਰ ਰਹੇ। ਉਹਦਾ ਰੀਜ਼ਨ ਸਿਰਫ ਇਹੀ ਹੈ ਕਿ ਮੈਂ ਡਿਫਰੈਂਟ ਤਰ੍ਹਾਂ ਦੇ ਕੈਰੈਕਟਰਸ ਪਲੇ ਕੀਤੇ ਹੈ। ਤੁਸੀਂ ਆਪਣੀ ਪੂਰੀ ਜਰਨੀ ਦੇ ਵਿੱਚ ਵੱਖ-ਵੱਖ ਕਿਰਦਾਰ ਨਿਭਾਏ ਨੇ, ਕਾਮਿਕ ਰੋਲ ਵੀ ਨਿਭਾਇਆ ਹੈ, ਸੀਰੀਅਸ ਰੋਲ ਵੀ ਨਿਭਾਇਆ ਹੈ। ਸੋ ਅਲੱਗ-ਅਲੱਗ ਰੋਲਸ ਨੂੰ ਤੁਸੀਂ ਕਿਸ ਤਰ੍ਹਾਂ ਅਡੈਪਟ ਕਰ ਲੈਂਦੇ ਹੋ? ਆਈ ਮੀਨ ਕਿਸ ਤਰ੍ਹਾਂ ਉਸ ਰੋਲ ਨੂੰ ਤੁਸੀਂ ਇੱਕਦਮ ਪਿਕਅਪ ਕਰਕੇ ਨਿਭਾ ਦਿੰਦੇ ਹੋ? ਜਿਹੜੇ ਇਨਸਾਨ ਨੇ 5 ਸਾਲ ਦੀ ਉਮਰ ਤੋਂ ਕੈਮਰਾ ਫੇਸ ਕਰਨਾ ਸ਼ੁਰੂ ਕਰਤਾ ਹੋਵੇ, ਉਹਦੇ ਲਈ ਮੈਨੂੰ ਲੱਗਦਾ ਸ਼ਾਇਦ ਡਿਫਿਕਲਟ ਨਹੀਂ ਹੈ। ਔਰ ਇਹ ਮੇਰਾ ਪ੍ਰੋਫੈਸ਼ਨ, ਮੇਰਾ ਸ਼ੌਕ ਹੈ। ਮਤਲਬ ਜਦੋਂ ਤੁਸੀਂ ਆਪਣੀ ਹੌਬੀ ਨੂੰ ਆਪਣਾ ਪ੍ਰੋਫੈਸ਼ਨ ਬਣਾਉਂਦੇ ਹੋ ਨਾ, ਅਤੇ ਉਹ 'ਚ ਤੁਸੀਂ ਕਦੀ ਬੋਰ ਨਹੀਂ ਹੁੰਦੇ। ਇਸ ਕਰਕੇ ਮੈਂ ਅੱਜ ਤੱਕ ਜੋ ਵੀ ਕੰਮ ਕਰਦੀ ਹਾਂ ਨਾ, ਮੈਂ ਬਹੁਤ ਡੈਡੀਕੇਸ਼ਨ ਨਾਲ, ਮੈਂ ਆਪਣੇ ਇੱਕ ਸ਼ਾਟ ਨੂੰ ਮਤਲਬ ਜਿੰਨਾ ਕੁ ਮੈਨੂੰ ਆਉਂਦਾ ਮੈਂ ਪੂਰੀ ਕੋਸ਼ਿਸ਼ ਕਰਦੀ ਹਾਂ ਕਿ ਮੈਂ ਓਨਾ ਉਹਦੇ 'ਚ ਦੇ ਸਕਾਂ, ਮੇਰਾ ਨਾ ਇਨਪੁਟ ਦੇ ਸਕਾਂ। ਮੈਂ ਜਿੱਦਾਂ ਕਹਿ ਕੇ ਜਾਂਦੀ ਹਾਂ ਘਰ ਕਿ ਜਦੋਂ ਮੈਂ ਸ਼ੂਟ 'ਤੇ ਜਾਵਾਂ ਤਾਂ ਜੇ ਕੋਈ ਬਹੁਤ ਅਰਜੈਂਟ ਗੱਲ ਹੋਵੇ ਤਾਂ ਹੀ ਮੈਨੂੰ ਫ਼ੋਨ ਕਰਨਾ, ਅਦਰਵਾਈਜ਼ ਫ਼ੋਨ ਨਾ ਕਰਿਓ। ਮਤਲਬ ਅੱਜ ਤੱਕ ਮੈਂ ਆਪਣੇ ਪ੍ਰੋਫੈਸ਼ਨ ਨੂੰ ਇੱਕ ਵਰਸ਼ਿਪ ਦੀ ਤਰ੍ਹਾਂ ਇੱਕ ਇੱਦਾਂ ਮੰਨਿਆ। ਮੈਂ ਅੱਜ ਕੱਲ੍ਹ ਦੀ ਜਨਰੇਸ਼ਨ ਨੂੰ ਕਈ ਵਾਰ ਦੇਖਦੀ ਹਾਂ, ਬਹੁਤ ਅੱਛੇ ਐਕਟਰਸ ਹੈ, ਮੈਂ ਇਹ ਨਹੀਂ ਕਹਿ ਰਹੀ, ਪਰ ਉਹ ਹਰ ਵਕਤ ਮੋਬਾਈਲ 'ਤੇ ਇੱਕ ਸ਼ਾਟ ਦਿੰਦੇ ਆ, ਉਸ ਤੋਂ ਬਾਅਦ ਉਹ ਕਦੀ ਫੇਸਬੁੱਕ 'ਤੇ ਹੁੰਦੇ ਆ, ਕਦੀ ਇੰਸਟਾ 'ਤੇ ਹੁੰਦੇ ਆ, ਕਦੀ ਕੁਝ। ਮਤਲਬ ਮੈਂ ਔਰ ਮੇਰੇ ਤੁਸੀਂ ਹੱਥ 'ਚ ਕਦੀ ਵੀ ਸਕ੍ਰਿਪਟ ਦੇਖੋਗੇ, ਜਦੋਂ ਵੀ ਮੈਂ ਜਦ ਤੱਕ ਉਹ ਸੀਨ ਖਤਮ ਨਹੀਂ ਹੋ ਜਾਂਦਾ, ਮੇਰੇ ਬॉय ਕੋ ਸਕ੍ਰਿਪਟ ਹੁੰਦੀ ਹੈ, ਮੈਨੂੰ ਇਮੀਡੀਏਟਲੀ ਕਹਿੰਦੀ ਹੈ ਕਿ ਲੈ ਕੇ ਆ। ਮੈਂ ਕਦੀ ਮੋਬਾਈਲ ਜ਼ਿਆਦਾ ਦੇਖਦੀ ਨਹੀਂ ਉਸ ਟਾਈਮ ਜਦੋਂ ਮੈਂ ਕੰਮ ਕਰ ਰਹੀ ਹਾਂ। ਅਤੇ ਮੈਨੂੰ ਲੱਗਦਾ ਕਿ ਇਹ ਜਿਹੜਾ ਫੋਕਸ ਹੈ ਨਾ, ਜਿੱਦਾਂ ਮੇਰੀ ਮਦਰ ਕਹਿੰਦੇ ਸੀ ਕਿ ਜੇ ਤੂੰ ਸਕਸੈਸਫੁਲ ਹੋਣਾ, ਕਿਉਂਕਿ ਸਾਡਾ ਤਾਂ ਕੋਈ ਹੈ ਨਹੀਂ ਇੰਡਸਟਰੀ 'ਚ, ਤਾਂ ਜਿੱਦਾਂ ਅਰਜੁਨ ਮਛਲੀ ਦੀ ਅੱਖ ਦੇਖਦਾ ਸੀ, ਸਿਰਫ ਉਹ ਦੇਖਣੀ ਹੈ, ਤਾਂ ਮੈਂ ਅੱਜ ਤੱਕ ਉਹਨੂੰ ਫੋਲੋ ਕਰਦੀ ਹਾਂ। ਔਰ ਬੜੀ ਮਿਹਨਤ ਦਾ ਕੰਮ ਹੈ ਜੀ ਇਹ, ਇੱਦਾਂ ਨਹੀਂ। ਕਈ ਲੋਕ ਸੋਚਦੇ ਆ ਕਿ ਫਿਲਮ ਲਾਈਨ ਤਾਂ ਬੜੀ ਈਜ਼ੀ ਹੈ, ਇੱਥੇ ਤੱਕ ਸਿਰਫ ਗਲੈਮਰ ਹੈ, ਪੈਸਾ ਹੈ ਔਰ ਈਜ਼ੀ ਸਭ ਕੁਝ ਹੈ, ਪਰ ਮੈਨੂੰ ਪਤਾ ਹੈ ਕਿ ਇਹ ਜਿਹੜੀ ਜਰਨੀ ਮੇਰੀ ਹੈਗੀ ਹੈ ਜਾਂ ਜਿਹੜੀ ਸਟਰਗਲ ਇੱਥੇ ਕਰਨੀ ਪੈਂਦੀ ਹੈ, ਉਹ ਸੌਖੀ ਨਹੀਂ ਹੈ। ਇਹ ਬਹੁਤ ਮਿਹਨਤ ਦਾ ਕੰਮ ਹੈ। ਔਰ ਉਹੀ ਲੋਕ ਹਨ ਜਿਹੜੇ ਕਿ ਉਹਨੂੰ ਤਪੱਸਿਆ ਦੀ ਤਰ੍ਹਾਂ ਜਾਂ ਉਹਨੂੰ ਉਸ ਡੈਡੀਕੇਸ਼ਨ ਨਾਲ ਲੈ ਸਕਦੇ ਆ, ਉਹਨਾਂ ਨੂੰ ਕੰਮ ਕਰਨਾ ਚਾਹੀਦਾ। ਔਰ ਅੱਜ ਕੱਲ੍ਹ ਦੇ ਬੱਚਿਆਂ ਨੂੰ ਵੀ ਮੇਰਾ ਬੇਟਾ ਹੈ ਨਾਨਕ, ਉਹਨੇ 2 ਫਿਲਮਾਂ ਕੀਤੀਆਂ, ਬਾਈ ਜੀ ਕੁੱਟਣ ਗਿਆ ਔਰ ਉਹਦੀ 11 ਦੀਆਂ ਪੌਂਬਾਰਾਂ ਆਉਣ ਵਾਲੀ ਹੈ, ਜਿਹੜੀ ਮੈਂ ਡਾਇਰੈਕਟ ਕੀਤੀ ਹੈ। ਮੈਂ ਆਪਣੇ ਬੇਟੇ ਨੂੰ ਵੀ ਇਹ ਕਿਹਾ ਕਿ ਜਿਸ ਟਾਈਮ ਕੰਮ ਕਰਨਾ ਹੈ ਨਾ, ਉਸ ਟਾਈਮ ਸਿਰਫ ਕੰਮ ਕਰਨਾ ਹੈ। ਮੈਂ ਨਹੀਂ ਕਹਿੰਦੀ ਕਿ ਤੁਸੀਂ ਇੰਜੋਏ ਨਾ ਕਰੋ, ਲਾਈਫ ਨੂੰ ਨਾ ਜੀਓ ਜਾਂ ਕਿੱਦਾਂ, ਪਰ ਜਦੋਂ ਤੁਸੀਂ ਕੰਮ ਕਰਦੇ ਹੋ ਤਾਂ ਪੂਰਾ ਤੁਹਾਡਾ ਜਿਹੜਾ ਧਿਆਨ ਹੈ ਉਹ ਸਿਰਫ ਔਰ ਸਿਰਫ ਇੱਕ ਹੀ ਚੀਜ਼ 'ਤੇ ਹੋਣਾ ਚਾਹੀਦਾ। ਜਿਵੇਂ ਕਿ ਅਜੇ ਤੁਸੀਂ ਦੱਸਿਆ ਕਿ 2 ਪੰਜਾਬੀ ਫਿਲਮਸ ਬਾਰੇ ਤੁਸੀਂ ਗੱਲ ਕੀਤੀ, ਯਾਨੀ ਕਿ ਇੱਕ ਤੁਸੀਂ ਪ੍ਰੋਡਿਊਸ ਕੀਤੀ ਤੇ ਇੱਕ ਤੁਸੀਂ ਕੀਤੀ ਡਾਇਰੈਕਟ। ਬਟ ਚਲੋ ਤੁਹਾਡਾ ਸਮਝ ਆਉਂਦਾ ਕਿ ਜਿਵੇਂ ਤੁਸੀਂ ਕਿਹਾ ਕਿ ਤੁਹਾਨੂੰ ਬਚਪਨ ਤੋਂ ਸ਼ੌਂਕ ਸੀਗਾ, ਬਟ ਤੁਹਾਡਾ ਬੇਟਾ ਨਾਨਕ, ਉਸ ਦਾ ਕਿਵੇਂ ਸਬਬ ਬਣਿਆ ਇਸ ਇੰਡਸਟਰੀ ਦੇ ਵਿੱਚ ਆਉਣ ਦਾ? ਇੱਕ ਬੜੀ ਕਮਾਲ ਦੀ ਗੱਲ ਹੈ ਕਿ ਮੈਂ ਜਿੱਦਾਂ ਤੁਹਾਨੂੰ ਦੱਸਿਆ ਆਪਣੀ ਇੰਟਰਵਿਊ 'ਚ ਕਿ ਮੈਂ 5 ਸਾਲ ਦੀ ਸੀ ਜਦੋਂ ਮੈਂ ਕਹਿੰਦੀ ਸੀ ਕਿ ਮੈਂ ਹੀਰੋਇਨ ਬਣਨਾ। ਤਾਂ ਜਦੋਂ ਬੱਚਿਆਂ ਨੂੰ ਸਾਡੇ ਬੇਬੀਜ਼ ਹੁੰਦੇ ਸੀ, ਉਹਨਾਂ ਨੂੰ ਪੁੱਛਦੇ ਕਿ ਬੜੇ ਹੋ ਕੇ ਕਿਆ ਬਣੋਗੇ, ਬੜੇ ਹੋ ਕੇ ਆਪਾਂ ਤਾਂ ਪੁੱਛਦੇ ਰਹਿੰਦੇ ਨਾ ਕੀ ਬਣਨਾ ਤੂੰ, ਅਤੇ ਉਹ ਕਹਿੰਦਾ ਸੀਗਾ ਕਿ ਮੈਂ ਹੀਰੋ ਬਣਨਾ। ਹਾਂ, ਅਤੇ ਫਿਰ ਉਸ ਟਾਈਮ ਮੈਂ ਉਹਨੂੰ ਸੀਰੀਅਸਲੀ ਨਹੀਂ ਲਿਆ। ਮੈਨੂੰ ਲੱਗਦਾ ਕਿ ਸ਼ੂਟਿੰਗ 'ਚ ਮੇਰੇ ਨਾਲ ਜਾਂਦਾ ਹੈ ਜਾਂ ਕੁਛ, ਇਸ ਕਰਕੇ ਉਹ ਉਹਦੇ 'ਤੇ ਉਹ ਸਭ ਮਤਲਬ ਇਸ ਕਰਕੇ ਇਨਫਲੂਐਂਸ ਹੋ ਗਿਆ ਕਿ ਉਹ ਹੀਰੋ ਬਣਨਾ ਉਹਨੇ। ਪਰ ਉਹਦੇ ਅਵਾਰਡਸ ਜਿਹੜੇ ਹੈਗੇ ਆ ਨਾਨਕ ਦੇ, ਮੇਰੇ ਅਵਾਰਡਸ ਤੋਂ ਜ਼ਿਆਦਾ ਹੈ। ਮਤਲਬ ਉਹਨੇ ਬਚਪਨ ਤੋਂ ਇੰਨੇ ਕੁ, ਚਾਹੇ ਉਹ ਡਾਂਸ ਹੋਵੇ, ਡਾਂਸ ਉਹ 5-6 ਸਾਲ ਦੀ ਉਮਰ ਤੋਂ ਸਿੱਖਦਾ। ਉਹਨੇ ਸਾਰੇ ਤਰ੍ਹਾਂ ਦੇ ਜਿੰਨੇ ਵੀ ਡਾਂਸ ਦੀਆਂ ਫਾਰਮਸ ਹੁੰਦੀਆਂ ਉਹ ਸਾਰੀਆਂ ਸਿੱਖ ਚੁੱਕਾ ਹੈ, ਅਤੇ ਬਹੁਤ ਬ੍ਰਿਲੀਅੰਟ ਡਾਂਸਰ ਹੈਗਾ। ਫਿਰ ਉਹਨੇ ਹੁਣੀ ਥੋੜ੍ਹੇ ਟਾਈਮ ਪਹਿਲਾਂ, 3 ਸਾਲ ਪਹਿਲਾਂ, ਟਾਈਗਰ ਸ਼ਰੋਫ ਜੀ ਦੀ ਹੈਗੀ ਹੈ ਫਲਾਈ ਜ਼ੋਨ, ਜਿੱਥੇ ਮਤਲਬ ਫਾਈਟ ਸਿਖਾਈ ਜਾਂਦੀ ਹੈ ਔਰ ਡਿਫਰੈਂਟ ਐਕਸ਼ਨ ਸਿਖਾਇਆ ਜਾਂਦਾ, ਉਹ ਸਭ ਨਾਨਕ ਨੇ ਸਿੱਖਿਆ ਹੈ। ਮਤਲਬ ਉਹ ਬਹੁਤ ਅੱਛਾ ਫਾਈਟਰ ਵੀ ਹੈ।
ਔਰ ਉਹਨੇ ਸਾਰੀਆਂ ਜਿਹੜੀਆਂ ਕਲਾਸਿਸ ਐਕਟਿੰਗ ਦੀਆਂ ਉਹ ਫੁੱਲੀ ਪ੍ਰਿਪੇਅਰ ਹੋਇਆ। ਮੈਂ ਉਹਨੂੰ ਕਿਹਾ ਸੀ, ਉਹੀ ਜੋ ਮੇਰੀ ਮਦਰ ਨੇ ਕਿਹਾ ਸੀ ਮੈਨੂੰ, ਕਿ ਜੇ ਤੈਨੂੰ ਪੂਰਾ ਇੰਟਰਸਟ ਹੈ ਨਾ ਇੱਧਰ, ਤਾਂ ਫਿਰ ਤੂੰ ਪੂਰਾ ਧਿਆਨ ਹੀ ਇੱਧਰ ਲਾਉਣਾ, ਤੇਰਾ ਪੂਰਾ ਜਿਹੜਾ ਤੇਰਾ ਫੋਕਸ ਹੈ। ਕਿਉਂਕਿ ਜਦੋਂ ਮੈਂ ਆਈ ਸੀਗੀ ਤਾਂ ਮੈਨੂੰ ਤਾਂ ਲੋਕਾਂ ਨੂੰ ਪਤਾ ਨਹੀਂ, ਉਹਨਾਂ ਨੇ ਕਿਹਾ ਉਪਾਸਨਾ ਸਿੰਘ, ਅੱਛਾ, ਕੋਈ ਐਕਸਪੈਕਟੇਸ਼ਨ ਨਹੀਂ ਹੁੰਦੀ। ਪਰ ਜਦੋਂ ਇੱਕ ਐਕਟਰ ਜਾਂ ਇੱਕ ਪ੍ਰੋਡਿਊਸਰ ਜਾਂ ਡਾਇਰੈਕਟਰ ਦਾ ਬੱਚਾ ਜਦੋਂ ਫਿਲਮ ਲਾਈਨ 'ਚ ਆਉਂਦਾ ਨਾ, ਤਾਂ ਉਦੋਂ ਬਹੁਤ ਸਾਰੀਆਂ ਐਕਸਪੈਕਟੇਸ਼ਨਸ ਹੁੰਦੀਆਂ। ਉਹਨਾਂ ਨੂੰ ਲੱਗਦਾ ਕਿ ਇਹ ਤਾਂ ਅੱਛਾ ਹੋਣਾ ਹੀ ਚਾਹੀਦਾ, ਕੰਪੈਰੀਜ਼ਨ ਹੁੰਦਾ। ਹਾਂ, ਤਾਂ ਉਹ ਉਹਨਾਂ ਨੂੰ ਨਾ ਜ਼ਿਆਦਾ ਟਾਈਮ ਨਹੀਂ ਦਿੰਦੇ ਉਹ ਐਕਟਰ ਨੂੰ ਗਰੋ ਹੁੰਦਾ ਆਡੀਅנס, ਕਿਉਂਕਿ ਉਹਨਾਂ ਦਾ ਮਾਈਂਡ ਸੈਟ ਹੁੰਦਾ ਕਿ ਇਹ ਇਸ ਐਕਟਰ ਦਾ ਬੱਚਾ, ਇਹ ਤਾਂ ਪਰਫੈਕਟ ਹੋਣਾ ਚਾਹੀਦਾ। ਜਦ ਕਿ ਜਦੋਂ ਅਸੀਂ ਆਏ ਸੀ, ਜੇ ਅਸੀਂ ਥੋੜ੍ਹੀਆਂ ਗਲਤੀਆਂ ਵੀ ਨਵੇਂ ਲੋਕ ਕਰਦੇ ਹੈਗੇ ਹੈ ਨਾ, ਤਾਂ ਅਸੀਂ ਕਹਿੰਦੇ ਕੋਈ ਨਹੀਂ, ਨਵਾਂ ਹੈ, ਸਿੱਖ ਜਾਏਗਾ। ਤਾਂ ਇਹ ਵਾਲੇ ਜਿਹੜੇ ਬੱਚੇ ਹੁੰਦੇ, ਇਹਨਾਂ ਨੂੰ ਸਿੱਖਣ ਦਾ ਮੌਕਾ ਨਹੀਂ ਦਿੱਤਾ ਜਾਂਦਾ। ਇਹਨਾਂ ਨੂੰ ਕਹਿੰਦੇ ਕਿ ਤੂੰ ਪਹਿਲੀ ਗੱਲ 'ਚ ਹੀ ਤੂੰ ਅੱਛਾ ਕਰਨਾ। ਅਤੇ ਇਸ ਕਰਕੇ ਇਹ ਗੱਲ ਮੈਨੂੰ ਬੜੀ ਚੰਗੀ ਤਰ੍ਹਾਂ ਸਮਝਾਈ ਸੀ ਕਿ ਤੈਨੂੰ ਫੁੱਲੀ ਟ੍ਰੇਨਡ ਹੋ ਕੇ ਜਾਣਾ ਹੈ ਜਦੋਂ ਵੀ ਤੂੰ ਇਸ ਲਾਈਨ 'ਚ ਜਾਣਾ। ਔਰ ਹੁਣ ਉਹ ਟ੍ਰੇਨਡ ਹੈ, ਉਹਨੂੰ ਬਾਈ ਜੀ ਕੁੱਟਣ ਵਿੱਚ ਲੋਕਾਂ ਨੇ ਬਹੁਤ ਐਪਰੀਸ਼ੀਏਟ ਕੀਤਾ। ਹਾਂ, ਔਰ ਇਹ 11 ਦੀਆਂ ਪੌਂ 12 ਉਹਦੀ ਹੁਣ ਸੋਲੋ ਫਿਲਮ ਆ ਰਹੀ ਹੈ। ਇਹਦੇ 'ਚ ਇਹਦੇ ਨਾਲ 2 ਲੜਕੀਆਂ ਨੇ। ਔਰ ਤੁਸੀਂ ਦੇਖਿਆ ਹੋਣਾ ਪੰਜਾਬੀ ਫਿਲਮ ਇੰਡਸਟਰੀ 'ਚ ਨਾ ਕਾਲਜ ਗੋਇੰਗ ਬੱਚਿਆਂ ਦੀਆਂ ਕਹਾਣੀਆਂ ਨਹੀਂ ਬਣਦੀਆਂ, ਮਤਲਬ ਇੱਕਦਮ ਯੰਗ ਹੀਰੋਜ਼, ਉੱਥੇ ਇੰਨੇ ਯੰਗ ਹੀਰੋਜ਼ ਨਹੀਂ ਹੈ ਇਸ ਵਕਤ ਨਾ, ਜਿਹੜੀ ਇਹਦੀ ਏਜ ਗਰੁੱਪ ਹੈਗੀ ਹੈ। ਸਾਰੇ ਬੜੇ ਅੱਛੇ ਐਕਟਰਸ ਨੇ, ਪਰ ਨਾਨਕ ਦੀ ਏਜ ਗਰੁੱਪ ਵਾਲੇ ਨਹੀਂ ਹੈਗੇ ਉੱਥੇ ਇਸ ਟਾਈਮ। ਅਤੇ ਫਿਰ ਮੈਨੂੰ ਇੱਕ ਸਬਜੈਕਟ ਸੀ, ਮੈਂ ਕਾਫੀ ਟਾਈਮ ਤੋਂ ਸੋਚ ਰਹੀ ਸੀ ਬਣਾਉਣ ਦਾ। ਅਤੇ ਮੈਂ ਕਾਲਜ ਗੋਇੰਗ ਬੱਚੇ ਜਦੋਂ ਨਵੇਂ ਕਾਲਜ 'ਚ ਜਾਂਦੇ ਆ, ਕੀ ਰੈਗਿੰਗ ਹੁੰਦੀ ਹੈ, ਫਿਰ ਉਹ ਕਿੱਦਾਂ ਉਹਨਾਂ ਦਾ ਲਵ ਹੁੰਦਾ ਹੈ, ਕਿੱਦਾਂ, ਇਹ ਸਾਰੀਆਂ ਚੀਜ਼ਾਂ 'ਤੇ ਫਿਲਮ ਹੈ। ਔਰ ਮੈਂ ਕਾਮੇਡੀ ਨੂੰ ਬਹੁਤ ਐਮਫੇਸਾਈਜ਼ ਕੀਤਾ ਹੈ, ਕਿਉਂਕਿ ਇਹਦੇ 'ਚ ਜਸਵਿੰਦਰ ਭੱਲਾ ਹੈ, ਸੰਗਾ ਜੀ ਨੇ, ਹਾਰਵੀ ਸੰਗਾ, ਸ਼ਿਵੇਂਦਰ ਮਹਿਲ ਜੀ ਨੇ, फिर अपने गोपी पल्ला है, स्वतंत्र भारत है। और क्योंकि ये लव स्टोरी भी है, तो इस करके म्यूजिक नू भी मैं काफ़ी ध्यान रखा है कि म्यूजिक अच्छा हो, जिदा कि ये गाने जड़े है गिप्पी गरेवाल जी का है, निंजा, नछत्तर गिल, रोशन प्रिंस, रंजीत बावा, मन्नत नूर, मतलब सारे टॉप मोस्ट सिंगर्स। और हैप्पी राय कोटी लिरिसिस्ट है, वो भी बहुत अच्छा, उन्होंने नाम है गुरमीत सिंह जस्सी कत्याल जड़े है म्यूजिक डायरैक्टर ने। ਤੇ ਸ਼ਬੀਨਾ ਖਾਨ ਕੋਰੀਓਗ੍ਰਾਫਰ ਹੈ। ਮਤਲਬ ਟੈਕਨੀਕਲੀ ਇਸ ਫਿਲਮ ਨੂੰ ਮੈਂ ਕਾਫੀ ਸਟਰੋਂਗ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਕਿਉਂਕਿ ਡੈਫੀਨੇਟਲੀ ਮੇਰਾ ਬੇਟਾ ਸੀ ਤਾਂ ਮੈਂ ਕੋਸ਼ਿਸ਼ ਕਰਨੀ ਸੀ। ਔਰ ਐਜ਼ ਏ ਡਾਇਰੈਕਟਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਲੋਕਾਂ ਨੂੰ ਮੇਰੇ ਤੋਂ ਵੀ ਬੜੀ ਐਕਸਪੈਕਟੇਸ਼ਨ ਹੈ ਕਿ ਜਦੋਂ ਉਪਾਸਨਾ ਸਿੰਘ ਕੁਝ ਚੀਜ਼ ਲੈ ਕੇ ਆਉਗੀ ਤਾਂ ਅੱਛੀ ਲੈ ਕੇ ਆਉਗੀ। ਔਰ ਇੰਨੇ ਸਾਲ ਦੀ ਮੈਂ ਐਕਟਿੰਗ ਕਰ ਰਹੀ ਹਾਂ, ਅਤੇ ਹੁਣ ਲੋਕਾਂ ਦਾ ਇਹ ਜ਼ਰੂਰ ਹੈਗਾ ਕਿ ਜੇ ਇਹਨੇ ਡਾਇਰੈਕਟ ਕੀਤੀ ਹੈ ਤਾਂ ਇੱਕ ਅੱਛੀ ਫਿਲਮ ਹੋਣੀ ਚਾਹੀਦੀ ਹੈ। ਮੈਂ ਹਮੇਸ਼ਾ ਕੋਸ਼ਿਸ਼ ਕਰਦੀ ਹਾਂ ਕਿ ਮੇਰੀਆਂ ਫਿਲਮਾਂ ਦੇਖ ਨਾ ਲੋਕ ਹੱਸਦੇ ਹੋਏ ਬਾਹਰ ਨਿਕਲਣ। ਇਹ ਨਹੀਂ ਕਿ ਮਤਲਬ ਸਾਡੀ ਲਾਈਫ 'ਚ ਆਲਰੇਡੀ ਇੰਨੇ ਦੁੱਖ ਹੈ, ਅਸੀਂ ਹਰ ਵਕਤ ਦੁਖੀ ਰਹਿੰਦੇ ਹਾਂ। ਅੱਜ ਕੱਲ੍ਹ ਦਾ ਮਾਹੌਲ ਇੱਦਾਂ ਦਾ ਹੋ ਗਿਆ ਹੈ ਸਾਰਾ ਕੁਛ ਨਾ, ਤਾਂ ਜੇ ਉਹਦੇ 'ਚ ਦੁੱਖ ਦੀਆਂ ਹੀ ਫਿਲਮਾਂ ਬਣਾਈਆਂ ਜਾਣ, ਇੱਕ ਤਾਂ ਉਹ ਘਰੋਂ ਦੁਖੀ ਬੰਦਾ ਥੀਏਟਰ 'ਚ ਜਾ ਕੇ ਹੋਰ ਦੁਖੀ ਹੋ ਜਾਏ, ਉਹ ਆਪਾਂ ਉਹਨਾਂ ਨੂੰ ਡਿਪਰੈਸ਼ਨ ਕਿਉਂ ਦਈਏ। ਸੋ ਮੈਂ, ਇਹ ਵੀ ਇੱਕ ਬਹੁਤ ਹੀ ਪਰਿਵਾਰਿਕ ਫਿਲਮ ਹੈ, ਇਹਦੇ 'ਚ ਕੋਈ ਕੱਟ ਨਹੀਂ ਆਇਆ ਸਾਨੂੰ ਸੈਂਸਰ ਵੱਲੋਂ, ਮਤਲਬ ਇੱਕ ਵਰਡ ਦਾ ਵੀ ਕੱਟ ਨਹੀਂ ਹੈ। ਇੰਨੀ ਇੱਕ ਉਹ ਖੂਬਸੂਰਤ ਫਿਲਮ ਹੈ ਔਰ ਆਪਣੀ ਫੈਮਿਲੀ ਨਾਲ ਬੈਠ ਕੇ ਦੇਖੀ ਜਾ ਸਕੀ ਹੈ। ਮੈਨੂੰ ਹਮੇਸ਼ਾ ਲੱਗਦਾ ਜਿੱਦਾਂ ਮੈਂ ਕਪਿਲ ਸ਼ੋਅ ਵੀ ਕਰਦੀ ਸੀ ਨਾ, ਤਾਂ ਜੇ ਕੋਈ ਵੀ ਵਲਗਰ ਔਰ ਚੀਪ ਲਾਈਨ ਆਉਂਦੀ ਸੀ ਅਸੀਂ ਕੱਟ ਦਿੰਦੇ ਹੁੰਦੇ ਸੀ ਉਦੋਂ, ਕਿਉਂਕਿ ਮੈਨੂੰ ਹਮੇਸ਼ਾ ਇੱਦਾਂ ਲੱਗਦਾ ਕਿ ਜਿਹੜਾ ਚੀਜ਼ ਆਪਣੀ ਫੈਮਿਲੀ ਨਾਲ ਬੈਠ ਕੇ ਨਾ ਦੇਖੀ ਜਾ ਸਕੇ ਉਹ ਕਾਹਦੀ ਕਾਮੇਡੀ। ਔਰ ਇਹ ਬੜਾ ਦਿਮਾਗ 'ਚ ਲੋਕਾਂ ਦੇ ਵਹਿਮ ਹੈ ਕਿ ਕਾਮੇਡੀ ਵਲਗੈਰਿਟੀ ਦੇ ਨਾਲ ਕ੍ਰੀਏਟ ਹੁੰਦੀ ਹੈ। ਮੈਨੂੰ ਲੱਗਦਾ ਕਿ ਬਹੁਤ ਅੱਛੀਆਂ ਚੀਜ਼ਾਂ ਦੇ ਨਾਲ ਵੀ ਕਾਮੇਡੀ ਕ੍ਰੀਏਟ ਹੁੰਦੀ ਹੈ। ਅਸੀਂ 2.5 ਸਾਲ ਤੱਕ ਉਹ ਸ਼ੋਅ ਕੀਤਾ ਤਾਂ ਉਹਦੇ 'ਚ ਵੀ ਬਹੁਤ ਹੀ ਵਧੀਆ ਰਿਹਾ। ਹੁਣ ਮੈਨੂੰ ਉਹੋ ਹੀ ਮੈਂ ਇਹਦੇ 'ਚ ਲੈ ਕੇ ਚੱਲਣੀ ਹੈ ਕਿ ਨਹੀਂ, ਸਾਫ ਸੁਥਰੀ ਕਾਮੇਡੀ ਪਰ ਬਹੁਤ ਮਜ਼ੇਦਾਰ ਕਾਮੇਡੀ, ਅਤੇ ਮੈਨੂੰ ਲੱਗਦਾ ਹੈ ਕਿ ਲੋਕ ਬਹੁਤ ਪਸੰਦ ਕਰਨਗੇ। ਹੁਣ ਹੀ ਆਪਾਂ ਇਹਦਾ ਟ੍ਰੇਲਰ ਪਾਇਆ ਸੀ ਤਾਂ 5 ਮਿਲੀਅਨ ਕ੍ਰਾਸ ਕਰ ਗਿਆ ਹੈ। ਗਾਣਾ ਰਣਜੀਤ ਬਾਵਾ ਜੀ ਦਾ ਆਇਆ, ਲੋਕ ਬਹੁਤ ਲਾਈਕ ਕਰ ਰਹੇ, ਉਹ ਵੀ ਮਿਲੀਅਨਸ 'ਚ ਜਾ ਰਿਹਾ। ਜਦੋਂ ਤੁਸੀਂ ਨਾਨਕ ਦੇ ਨਾਲ ਸ਼ੂਟ ਕਰਦੇ ਹੋ, ਯਾਨੀ ਕਿ ਐਜ਼ ਅ ਪ੍ਰੋਡਿਊਸਰ ਤਾਂ ਚਲੋ ਤਾਂ ਵੀ ਚੱਲ ਜਾਂਦਾ ਹੋਏਗਾ, ਬਟ ਨਾਓ ਐਜ਼ ਅ ਡਾਇਰੈਕਟਰ ਜਦੋਂ ਸੈੱਟ ਦੇ ਉੱਤੇ ਜਾਂਦੇ ਹੋ ਤਾਂ ਨਾਨਕ ਨੂੰ ਐਜ਼ ਅ ਡਾਇਰੈਕਟਰ ਹੀ ਟਰੀਟ ਕਰਦੇ ਹੋ ਜਾਂ ਫਿਰ ਐਜ਼ ਅ ਮਦਰ ਟਰੀਟ ਕਰਦੇ ਹੋ? ਨਹੀਂ, ਮਦਰ ਬਿਲਕੁਲ ਨਹੀਂ ਹੁੰਦੀ। ਮੈਂ ਜਦੋਂ ਸ਼ੂਟਿੰਗ ਕਰ ਰਹੀ ਸੀ, ਮੈਂ ਨਾਨਕ, ਕਿਉਂਕਿ ਮੇਰਾ ਇਕੱਲਾ ਬੇਟਾ ਹੈ, ਅਸੀਂ ਬੜੇ ਪਿਆਰ ਨਾਲ ਉਹਨੂੰ ਲਾਡ ਨਾਲ ਪਾਲਿਆ, ਅਤੇ ਉਹ ਕਈ ਵਾਰ ਜਿੱਦਾਂ ਸਵੇਰੇ ਮੈਂ ਉਹਨੂੰ ਉਠਾਉਂਦੀ ਹਾਂ, ਕਹਿੰਦੀ ਨਹੀਂ ਮੰਮੀ 1 ਘੰਟਾ ਹੋਰ, 2 ਘੰਟੇ ਹੋਰ, ਤੁਸੀਂ ਵੀ ਆਪਣੇ ਮੰਮੀ ਨਾਲ ਕੀਤਾ ਹੋਣਾ, ਸਾਰੇ ਬੱਚੇ ਕਰਦੇ ਆ। ਉੱਥੇ ਮੈਂ ਉਹਨੂੰ ਕਹਿੰਦੀ ਸੀ ਨਾਨਕ 5 ਵਜੇ ਮੀਨਸ ਸਵੇਰ ਦੇ 5 ਵਜੇ ਉੱਠਣਾ ਹੈ। ਅਤੇ ਜੇ 5 ਮਿੰਟ, ਕਿਉਂਕਿ
ਮੈਂ ਡਾਇਰੈਕਟਰ ਸੀ, ਮੈਨੂੰ ਸਭ ਤੋਂ ਪਹਿਲਾਂ ਪਹੁੰਚਣਾ ਹੁੰਦਾ ਸੀ ਉੱਥੇ ਨਾ ਸੈੱਟ ਤੇ। ਹਾਂਜੀ, ਤੇ ਮੇਰੀ ਫਿਲਮ ਜਿਹੜੀ ਹੈਗੀ ਹੈ ਮੇਰੇ ਲਈ ਬਹੁਤ ਮਾਇਨੇ ਰੱਖਦੀ ਸੀ। ਤੇ ਮੈਂ ਉਹਨੂੰ ਜਦੋਂ 5:02 ਵੀ ਹੁੰਦੇ ਸੀ, ਨਾ ਹਲੇ ਤੱਕ ਉੱਠਿਆ ਨਹੀਂ ਤੂੰ, 5:02 ਹੋ ਗਏ। ਉਹ ਮੈਨੂੰ ਇੱਕ ਦਿਨ ਕਹਿੰਦਾ, ਮੈਨੂੰ ਲੱਗਦਾ ਨਹੀਂ ਹੈ ਹੁਣ ਤੁਸੀਂ ਮੇਰੇ ਮੰਮੀ ਹੋ। ਕਿ ਮੈਨੂੰ ਪਤਾ ਨਹੀਂ, ਮੈਨੂੰ ਹੁਣ ਲੱਗਦਾ ਹੀ ਨਹੀਂ ਹੈ ਕਿ ਤੁਸੀਂ ਮੈਨੂੰ ਲੱਗਦਾ ਤੁਸੀਂ ਸਿਰਫ ਇੱਕ ਡਾਇਰੈਕਟਰ ਹੋ। ਤੇ ਜਿਹੜੇ ਉਹਦੇ ਟੀਚਰ ਸੀ ਉਹਨਾਂ ਨੇ ਵੀ ਕਿਹਾ ਸੀ ਕਿ ਕਿਉਂਕਿ ਉੱਥੇ ਬਹੁਤ ਸਾਰੇ ਯੰਗਸਟਰ ਸੀਗੇ, ਤੇ ਮੈਂ ਨਹੀਂ ਚਾਹੁੰਦੀ ਸੀ ਕਿ ਇੱਦਾਂ ਬੱਚਿਆਂ ਨੂੰ ਹੋਰਾਂ ਨੂੰ ਲੱਗਣ ਜਿੱਦਾਂ ਮੇਰੀਆਂ ਦੋਨੋਂ ਹੀਰੋਇਨਸ ਨਵੀਆਂ ਸੀਗੀਆਂ, ਮੇਰੇ ਜਿਹੜੇ ਕਾਲਜ ਦੇ ਬੱਚੇ ਸੀਗੇ ਜਿਨ੍ਹਾਂ ਨੂੰ ਮੈਂ ਟ੍ਰੇਨਡ ਕਰ ਰਹੀ ਸੀਗੀ ਉਹ ਸਾਰੇ ਨਵੇਂ ਸੀ। ਤਾਂ ਮੈਂ ਕਿਸੇ ਹਾਲਤ 'ਚ ਇਹ ਨਹੀਂ ਚਾਹੁੰਦੀ ਸੀ ਕਿ ਬੱਚਿਆਂ ਨੂੰ ਇੱਦਾਂ ਫੀਲਿੰਗ ਆਏ ਕਿ ਜਿਹੜਾ ਹੈਗਾ ਨਾਨਕ ਨੂੰ ਕੋਈ ਸਪੈਸ਼ਲ ਕੇਅਰ ਦਿੱਤੀ ਜਾ ਰਹੀ ਹੈ ਜਾਂ ਟ੍ਰੀਟਮੈਂਟ। ਉਹ ਬਿਲਕੁਲ ਉੱਦਾਂ ਹੀ ਰਹਿੰਦਾ ਸੀ ਜਿੱਦਾਂ ਉਹ ਰਹਿੰਦੇ ਸੀਗੇ, ਜੋ ਉਹਨਾਂ ਨੂੰ ਫੈਸਿਲਿਟੀ ਸੀ ਉਹੀ ਉਹਨੂੰ ਸੀ। ਜੇ ਮੈਂ ਬੱਚਿਆਂ ਨੂੰ ਡਾਂਟਦੀ ਸੀ ਤਾਂ ਮੈਂ ਨਾਨਕ ਨੂੰ ਵੀ ਬਰਾਬਰ ਦਾ ਉਹ ਡਾਂਟ, ਬਲਕਿ ਜ਼ਿਆਦਾ ਹੀ ਇਹਨੂੰ ਡਾਂਟ ਇਹਨੂੰ ਤਾਂ ਜ਼ਿਆਦਾ ਹੀ ਪੈਂਦੀ ਸੀ। ਤੇ ਇਸ ਕਰਕੇ ਕਿਉਂਕਿ ਬੱਚਿਆਂ ਨੂੰ ਥੋੜ੍ਹਾ ਡਿਸਿਪਲਿਨ 'ਚ ਵੀ ਰੱਖਣਾ ਪੈਂਦਾ, ਯੰਗ ਬੱਚੇ ਸੀਗੇ ਤਾਂ ਉਹਨਾਂ ਨੂੰ। ਪਰ ਤੁਸੀਂ ਮੇਰੀ ਫਿਲਮ ਦੇਖਿਓ, ਬੱਚਿਆਂ ਦਾ ਤੁਸੀਂ ਕੰਮ ਜਦੋਂ ਦੇਖੋਗੇ, ਕੋਈ ਬੰਦਾ ਇੱਕ ਵੀ ਮੈਨੂੰ ਇਹ ਕਹਿ ਦੇਵੇ ਕਿ ਇਹ ਬੱਚਾ ਨਵਾਂ ਹੈ, ਇਹਨੇ ਕਦੀ ਕੰਮ ਨਹੀਂ ਕੀਤਾ। ਮਤਲਬ ਉਹਨਾਂ 'ਤੇ ਮੈਂ ਇੰਨੀ ਜ਼ਿਆਦਾ ਮਿਹਨਤ ਕੀਤੀ ਹੈ, ਹਰ ਇੱਕ ਸ਼ਾਟ 'ਚ, ਹਰ ਇੱਕ ਬੱਚੇ 'ਤੇ। ਉਹਨੂੰ ਤੁਸੀਂ ਜੇ ਕਦੀ ਤੁਹਾਨੂੰ ਮੌਕਾ ਮਿਲਿਆ ਉਹਨਾਂ ਨੂੰ ਪੁੱਛਿਓ, ਤੇ ਜਦੋਂ ਤੁਸੀਂ ਫਿਲਮ ਦੇਖੋਗੇ ਉਹ ਤੁਹਾਨੂੰ ਫਿਲਮ ਆਪੇ ਹੀ ਬੋਲੇਗੀ ਕਿ ਕਿੱਦਾਂ ਉਹਨਾਂ ਨੇ ਕੰਮ ਕੀਤਾ। ਬਹੁਤ ਅੱਛਾ ਕੰਮ ਕੀਤਾ ਸਾਰੇ ਬੱਚਿਆਂ ਨੇ, ਤੇ ਮਜ਼ਾ ਵੀ ਆਇਆ ਮੈਨੂੰ ਯੰਗ ਬੱਚਿਆਂ ਨਾਲ। ਥਕਾਵਟ ਬਹੁਤ ਹੋਈ ਕਿਉਂਕਿ ਹਰ ਚੀਜ਼ ਤੁਸੀਂ ਐਜ਼ ਏ ਡਾਇਰੈਕਟਰ ਵੀ ਦੇਖਣੀ ਹੈ, ਤੁਸੀਂ ਤੁਹਾਡਾ ਬੇਟਾ ਵੀ ਹੈ ਵਿੱਚ, ਫਿਰ ਤੁਹਾਡੇ ਇੰਨੇ ਸਾਰੇ ਬੱਚੇ ਹੈ, ਫਿਰ ਤੁਹਾਡੇ ਉਹ ਜਿਹੜੇ ਹੈਗੇ ਹਾਂ, ਫਿਰ ਪ੍ਰੋਡਿਊਸਰ ਮੇਰੀ ਸਿਸਟਰ ਹੈ, ਤਾਂ ਇੱਕ ਲਿਮਿਟਿਡ ਬਜਟ 'ਚ ਅਸੀਂ ਫਿਲਮ ਵੀ ਬਣਾਉਣੀ ਹੈ, ਸਾਡੇ ਕੋਲ ਦਿਨ ਵੀ ਘੱਟ ਹੈ। ਸੋ ਮੈਨੂੰ ਲੱਗਦਾ ਮੈਂ ਆਪਣੀ ਜ਼ਿੰਦਗੀ 'ਚ ਬਹੁਤ ਮਿਹਨਤ, ਅਸੀਂ ਬੜੀ ਸਟਰਗਲ ਕੀਤੀ ਹੈ, ਪਰ ਇਹ ਫਿਲਮ ਯਾਰਾਂ ਦੀਆਂ ਪੌਂ 12 ਬਣਾਉਣ ਤੋਂ ਜ਼ਿਆਦਾ ਮਿਹਨਤ ਸ਼ਾਇਦ ਹੀ ਮੈਂ ਕਿਸੇ ਕੰਮ 'ਚ ਕੀਤੀ ਹੋਵੇ। ਇੱਥੇ ਨਾ ਅਸੀਂ ਹੁਣ ਥੋੜੀ ਕੰਟਰੋਵਰਸੀ ਦੀ ਗੱਲ ਕਰਦੇ ਹਾਂ। ਜਦੋਂ ਤੁਸੀਂ ਬਾਈ ਜੀ ਕੁੱਟਣਗੇ ਸ਼ੂਟ ਕਰ ਰਹੇ ਸੀ ਤਾਂ ਉਸ ਸਮੇਂ ਨਾ ਇੱਕਦਮ ਖਬਰ ਆਉਂਦੀ ਹੈ ਕਿ ਉਪਾਸਨਾ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ, ਉਹਨਾਂ ਨੇ ਕੋਵਿਡ ਨੋਰਮਸ ਜਿਹੜੇ ਹੈਗੇ ਨੇ ਉਹਨਾਂ ਨੂੰ ਤੋੜਿਆ ਹੈ। ਸੋ ਐਕਚੁਅਲ ਗੱਲ ਕੀ ਸੀ? ਵੀ ਵੁੱਡ ਲਾਈਕ ਟੂ ਨੋ ਫਰੋਮ ਯੂ ਕਿ ਐਕਚੁਅਲ ਦੇ ਵਿੱਚ ਕੀ ਕੁਝ ਹੋਇਆ ਸੀ ਐਂਡ ਪੂਰੀ ਵਾਰਦਾਤ ਕੀ ਹੋਈ ਸੀਗੀ, ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਇਸ ਬਾਰੇ ਬਹੁਤ ਸਾਰੀ ਗਲਤਫਹਿਮੀ ਵੀ ਹੋਵੇਗੀ। ਜਦੋਂ ਅਸੀਂ ਬਾਈ ਜੀ ਕੁੱਟਣਗੇ ਕਰ ਰਹੇ ਸੀਗੇ, ਸਮੀਪ ਕੰਗ ਜੀ ਡਾਇਰੈਕਟਰ ਸੀਗੇ, ਹੁਣ ZEE5 ਤੇ ਉਹ ਫਿਲਮ। ਤੇ ਉਸ ਟਾਈਮ ਕੀ ਹੋਇਆ ਸੀਗਾ ਕਿ ਸਾਨੂੰ 3 ਸ਼ੈਡਿਊਲ ਕਰਨੇ ਪਏ। ਜਿੱਦਾਂ ਹੀ ਅਸੀਂ ਸ਼ੂਟਿੰਗ ਸਟਾਰਟ ਕਰਦੇ ਸੀਗੇ ਤਾਂ ਤੁਹਾਨੂੰ ਯਾਦ ਹੋਣਾ ਪੰਜਾਬ 'ਚ ਕਈ ਵਾਰ ਮਤਲਬ ਉਹ ਕਹਿ ਦਿੰਦੇ ਸੀ ਕਿ ਹੁਣ ਤੁਸੀਂ ਨਿਕਲ ਨਹੀਂ ਸਕਦੇ ਬਾਹਰ, ਜਾਂ ਕਰਫਿਊ ਲੱਗ ਜਾਂਦਾ ਸੀ ਇਹ ਉਹ। ਤੇ ਮੇਰੇ ਨਾ 3 ਦਿਨ ਬਾਕੀ ਸੀ ਸ਼ੂਟ ਕਰਨ ਦੇ, ਮਤਲਬ ਮੇਰਾ 3rd ਸ਼ੈਡਿਊਲ ਚੱਲ ਰਿਹਾ ਸੀ, ਨਹੀਂ 2nd ਸ਼ੈਡਿਊਲ ਚੱਲ ਰਿਹਾ ਸੀ, ਤੇ 3 ਦਿਨ ਬਾਕੀ ਸੀ ਔਰ ਫਿਰ ਕਰਫਿਊ ਲੱਗ ਗਿਆ। ਔਰ ਜਦੋਂ ਕਰਫਿਊ ਲੱਗ ਗਿਆ ਤਾਂ ਉਸ ਦਿਨ ਜਿਹੜਾ ਮੇਰਾ ਫਾਈਟ ਮਾਸਟਰ ਸੀ ਉਹ ਸਾਊਥ ਤੋਂ ਆਏ ਹੋਏ ਸੀ, ਫਾਈਟਰ ਸਾਊਥ ਤੋਂ ਆਏ ਸੀ। 3 ਕੈਮਰੇ ਸਾਡੇ ਆਲਰੇਡੀ ਬੁੱਕ ਸੀਗੇ ਜਿਹੜੇ ਸਾਊਥ ਤੋਂ ਆਏ ਸੀਗੇ। ਮਤਲਬ ਕੋਵਿਡ 'ਚ ਬਹੁਤ ਮਹਿੰਗੀ ਫਿਲਮ ਸੀਗੀ ਉਹ। ਤਾਂ ਉਸ ਦਿਨ ਉਹਨਾਂ ਨੇ ਇਹ ਕਹਿਤਾ ਕਿ ਨਹੀਂ ਹੁਣ ਤੁਸੀਂ ਜੀ ਅਗਲੇ ਦਿਨ ਸ਼ੂਟਿੰਗ ਨਹੀਂ ਕਰਨੀ। ਅਸੀਂ ਇੱਕ ਫੈਕਟਰੀ 'ਚ ਸ਼ੂਟ ਕਰ ਰਹੇ ਸੀ ਉਦੋਂ। ਅਸੀਂ ਉਹ ਜਿਹੜਾ ਕਿਉਂਕਿ ਸਮਾਨ ਉਸ ਦਿਨ ਉਹਨਾਂ ਦੀਆਂ ਜਿਹੜੀਆਂ ਫਲਾਈਟਾਂ ਸੀ ਸ਼ਾਮ ਨੂੰ ਨਾ ਮੇਰੇ ਫਾਈਟ ਮਾਸਟਰ ਦੀਆਂ, ਤਾਂ ਅਸੀਂ ਫਲਾਈਟ ਬੁੱਕ ਕੀਤੀ ਉਹਨਾਂ ਦੀ। ਅਸੀਂ ਸਮਾਨ ਜਿਹੜਾ ਹੈ ਉਹ ਕਿਉਂਕਿ ਰੈਪ ਅਪ ਤਾਂ ਕਰਨਾ ਸੀਗਾ, ਉੱਥੇ ਸਾਡੇ ਕੈਮਰੇ ਪਏ ਸੀ, ਉੱਥੇ ਸਾਡਾ ਸਾਰਾ ਸਮਾਨ। ਤੇ ਜਦੋਂ ਅਸੀਂ ਸਮਾਨ ਉੱਥੇ ਚੁੱਕਣ ਗਏ ਤਾਂ ਕਿਸੇ ਨੇ ਇਹ ਕਹਿਤਾ ਕਿ ਉੱਥੇ ਜੀ ਸ਼ੂਟਿੰਗ ਚੱਲ ਰਹੀ ਹੈ, ਤੇ ਉੱਥੇ ਸ਼ੂਟਿੰਗ ਚੱਲ ਰਹੀ ਹੈ ਔਰ ਅਸੀਂ ਉੱਥੇ ਸਮਾਨ ਆਪਣਾ ਉਹ ਵਾਈਂਡ ਅਪ ਕਰ ਰਹੇ ਸੀ। ਜਦੋਂ ਉਹ ਆਏ ਮੈਂ ਉਹਨਾਂ ਨੂੰ ਕਿਹਾ ਵੀ ਕਿ ਦੇਖੋ ਤੁਸੀਂ, ਉਹਨਾਂ ਨੇ ਕਿਹਾ ਸੀ ਕਿ ਤੁਸੀਂ ਇੱਦਾਂ ਕਰੋ 10-12 ਲੋਕ ਹੀ ਜਾ ਸਕਦੇ ਆ। ਤੇ ਇਹ ਆ ਗਏ ਜੀ ਪ੍ਰੈਸ ਵਾਲੇ, ਤੇ ਉਹਨਾਂ ਨੂੰ ਮੈਂ ਕਿਹਾ ਵੀ ਕਿ ਦੇਖੋ ਇੱਥੇ ਸਮਾਨ ਪੈਕ ਹੋ ਰਿਹਾ ਔਰ ਇਹ ਨਹੀਂ ਕਹਿੰਦਾ ਤਾਂ ਉੱਦਾਂ ਤੁਸੀਂ ਕਰ ਰਹੇ, ਸ਼ੂਟਿੰਗ ਤਾਂ ਚੱਲ ਰਹੀ ਹੈ, ਤੁਹਾਡੀ ਜੀਪ ਖੜੀ ਹੈ ਤੁਹਾਡਾ, ਕਿਉਂਕਿ ਸਮਾਨ ਅਸੀਂ ਸਾਡੇ ਕਲਾਈਮੈਕਸ ਚੱਲ ਰਿਹਾ ਸੀ ਤੇ ਅਸੀਂ ਕਾਫੀ ਸਾਰਾ ਸਮਾਨ ਉੱਥੇ ਹੀ ਛੱਡ ਕੇ ਜਾਂਦੇ ਸੀਗੇ। ਤੇ ਫਿਰ ਉਸ ਤੋਂ ਬਾਅਦ ਪੁਲਿਸ ਆਈ ਉੱਥੇ, ਉਹਨਾਂ ਨੇ ਪ੍ਰੈਸ ਵਾਲਿਆਂ ਨੇ ਪੁਲਿਸ ਨੂੰ ਬੁਲਾਇਆ। ਉਹਦੇ ਕਈ ਸ਼ਰਾਰਤੀ ਹੁੰਦੇ, ਕਈ ਤਾਂ ਮੇਰੇ ਨਾਲ ਬਹੁਤ ਅੱਛੀ ਸੀ, ਪ੍ਰੈਸ ਹਮੇਸ਼ਾ ਤੋਂ ਹੀ ਅੱਛੀ ਰਹੀ ਹੈ, ਪਰ ਕਈ ਐਸੇ ਵੀ ਲੋਕ ਹੁੰਦੇ ਜਿਨ੍ਹਾਂ ਨੂੰ ਨਾ ਤਮਾਸ਼ਾ ਕਰਕੇ ਮਜ਼ਾ ਆਉਂਦਾ ਹੈ ਨਾ। ਤੇ ਉਹਨਾਂ ਨੇ ਪੁਲਿਸ ਨੂੰ ਬੁਲਾ ਲਿਆ, ਪੁਲਿਸ ਆਈ। ਫਿਰ ਉਹ ਪੁਲਿਸ ਵਾਲਿਆਂ ਨੇ ਉਹਨਾਂ ਨੇ ਕਿਹਾ ਕਿ ਕਿੱਥੇ ਸ਼ੂਟਿੰਗ, ਮੈਨੂੰ ਉਹਨਾਂ ਨੇ ਬਲਕਿ ਕਿਹਾ ਉਪਾਸਨਾ ਜੀ ਸਾਨੂੰ ਆਉਣਾ ਪਿਆ ਪਰ ਸਾਨੂੰ ਕੁਛ ਵੀ ਨਹੀਂ ਇੱਥੇ ਦਿਖ ਰਿਹਾ, ਪਰ ਇਹਨਾਂ ਨੇ ਸਾਨੂੰ ਬੁਲਾਇਆ। ਹਾਂਜੀ, ਤੇ ਉਹ ਇੱਕ ਪੇਪਰ 'ਚ ਲਿਖਤਾ ਕਿਸੇ ਨੇ ਕਿ ਉਪਾਸਨਾ ਸਿੰਘ ਗ੍ਰਿਫਤਾਰ, ਜਦ ਕਿ ਮੈਂ ਘਰ ਹੀ ਸੀਗੀ। ਕੁਛ ਵੀ ਲਿਖ ਦਿੰਦੇ ਇਹ ਲੋਕ, ਤੇ ਸਾਰੇ ਮਜ਼ਾਕ ਬਣ ਗਿਆ ਪੂਰੀ ਇੰਡਸਟਰੀ 'ਚ। ਜਿੱਦਾਂ ਮੈਨੂੰ ਕਹਿੰਦੇ ਅਸੀਂ ਜੇਲ੍ਹ 'ਚ ਰੋਟੀ ਲੈ ਕੇ ਆ ਜਾਈਏ, ਭੱਲਾ ਜੀ ਕਹਿੰਦੇ ਮੈਂ ਰੋਟੀ ਤਾਂ ਲੈ ਕੇ, ਜਸਵਿੰਦਰ ਭੱਲਾ ਜੀ ਨਾਲ ਮੇਰਾ ਬੜਾ ਅੱਛਾ ਸੰਬੰਧ ਹੈ, ਉਹਨਾਂ ਦੀ ਮਿਸਿਸ ਨਾਲ। ਉਹ ਕਹਿੰਦੇ ਮੈਂ ਰੋਟੀ ਤਾਂ ਉਪਾਸਨਾ ਤੇਰੇ ਲਈ ਲੈ ਆਵਾਂ ਪਰ ਮੇਰੀ ਘਰ ਵਾਲੀ ਨੇ ਤੈਨੂੰ ਕੱਢ ਦੇਣਾ। ਇੱਦਾਂ ਇਹਨਾਂ ਦੇ ਮੈਸੇਜਿਸ ਆਉਣੇ ਸ਼ੁਰੂ ਹੋਏ। ਪਰ ਮੈਨੂੰ ਉਹਦਾ ਨੁਕਸਾਨ ਮੈਨੂੰ ਇਸ ਤਰ੍ਹਾਂ ਹੋਇਆ
ਕਿ ਮੈਨੂੰ 3 ਦਿਨ ਦਾ ਜਿਹੜਾ ਸ਼ੂਟ ਕਰਨ ਲਈ ਇੱਕ ਵਾਰ ਵਾਪਸ ਪੂਰਾ ਯੂਨਿਟ ਬੰਬੇ ਤੋਂ ਬੁਲਾਉਣਾ ਪਿਆ। ਔਰ ਇੱਕ ਮੇਰਾ ਐਕਟਰ ਜਰਮਨੀ ਤੋਂ ਸੀਗਾ, ਗੋਰਾ ਸੀਗਾ, ਉਹ ਕੰਮ ਕਰ ਰਿਹਾ ਸੀ, ਹਾਂਜੀ, ਉਹਨੂੰ ਉੱਥੋਂ ਬੁਲਾਉਣਾ ਪਿਆ। ਤੇ ਮਤਲਬ ਮੇਰੀ ਜਿਹੜੇ ਬਜਟ ਸੀਗੇ ਉਸ ਕੋਵਿਡ ਕਰਕੇ ਮੇਰੇ ਕਾਫੀ ਜ਼ਿਆਦਾ ਬਜਟ ਵਧਿਆ ਮੇਰਾ ਫਿਲਮ ਦਾ, ਇਸ ਕਰਕੇ ਮੈਨੂੰ ਕਾਫੀ ਉਹਦਾ ਨੁਕਸਾਨ ਰਿਹਾ। ਪਰ ਖੈਰ ਕੋਈ ਗੱਲ ਨਹੀਂ, ਜਦੋਂ ਤੁਸੀਂ ਫਿਲਮ ਲਾਈਨ 'ਚ ਹੁੰਦੇ ਆ ਜਾਂ ਇੱਦਾਂ ਅਪਸ ਐਂਡ ਡਾਊਨਸ ਲਾਈਫ 'ਚ ਹਮੇਸ਼ਾ ਚੱਲਦੇ ਹੈਗੇ ਆ, ਹੈ ਨਾ। ਤੇ ਇਸ ਕਰਕੇ ਫਿਲਮ ਬਹੁਤ ਅੱਛੀ ਰਹੀ, ਲੋਕਾਂ ਨੇ ਨਾਨਕ ਨੂੰ ਪਸੰਦ ਕੀਤਾ, ਰਿਵਿਊਜ਼ ਬਹੁਤ ਅੱਛੇ ਆਏ ਫਿਲਮ ਦੇ, ਤੇ ਕੋਈ ਨਹੀਂ। ਵੈਲ ਇੱਥੇ ਇੱਕ ਹੋਰ ਕੰਟਰੋਵਰਸੀ ਦੀ ਗੱਲ ਕਰਦੇ ਹਾਂ ਜੋ ਬਾਈ ਜੀ ਕੁੱਟਣਗੇ ਦੇ ਨਾਲ ਹੀ ਆਈ ਸੀ ਕਿ ਹਰਨਾਜ਼ ਸੰਧੂ ਜਦੋਂ ਮਿਸ ਯੂਨੀਵਰਸ ਬਣ ਗਈ, ਤੁਸੀਂ ਕਿਹਾ ਕਿ ਹਰਨਾਜ਼ ਸੰਧੂ ਨੇ ਤੁਹਾਡੀ ਫਿਲਮ ਪ੍ਰਮੋਟ ਬਿਲਕੁਲ ਵੀ ਨਹੀਂ ਕੀਤੀ, ਤੇ ਐਕਚੁਅਲ ਦੇ ਵਿੱਚ ਕੀ ਕੁਝ ਹੋਇਆ ਸੀ? ਆਈ ਮੀਨ ਇਹ ਸਾਰੀਆਂ ਚੀਜ਼ਾਂ ਸ਼ੁਰੂ ਕਿਧਰੋਂ ਹੋਈਆਂ ਐਂਡ ਹਰਨਾਜ਼ ਸੰਧੂ ਨੇ ਤੁਹਾਡੀ ਫਿਲਮ ਪ੍ਰਮੋਟ ਕੀਤੀ ਕਿਉਂ ਨਹੀਂ? ਮੈਂ ਹੁਣ ਕੋਈ ਉਹਦੇ ਬਾਰੇ ਖਾਸ ਗੱਲ ਨਹੀਂ ਕਰਨਾ ਚਾਹੁੰਦੀ, ਪਰ ਪੂਰੀ ਇੰਡਸਟਰੀ ਨੂੰ ਪਤਾ ਹੈ, ਪੂਰੇ ਸਾਰੇ ਲੋਕਾਂ ਨੂੰ ਪਤਾ ਹੈ ਕਿ ਮੇਰੇ ਨਾਲ ਕੀ ਹੋਇਆ। ਬਸ ਇੰਨਾ ਹੀ ਕਹਾਂਗੀ ਕਿ ਇੱਕ ਨਵੀਂ ਲੜਕੀ ਨੂੰ 2 ਫਿਲਮਾਂ 'ਚ ਚਾਂਸ ਦਿੱਤਾ ਸੀ, ਔਰ ਉਹ ਵੀ ਲੀਡ ਐਜ਼ ਹੀਰੋਇਨ, ਮੈਂ ਉਹਨੂੰ ਚਾਂਸ ਦਿੱਤਾ। ਤੇ ਮੈਂ ਜਿੰਨੀ ਵੀ ਸਪੋਰਟ ਕਰ ਸਕਦੀ ਸੀ ਜੋ ਮੇਰੇ ਬਸ 'ਚ ਸੀਗਾ ਉਹ ਮੈਂ ਕੀਤਾ ਉਸ ਟਾਈਮ ਉਹਦੇ ਲਈ, ਕਹਿ ਕੇ ਗੱਲ ਛੋਟੀ ਹੋ ਜਾਂਦੀ ਹੈ। ਪਰ ਪਤਾ ਮੇਰਾ ਨਾ ਅੱਜ ਵੀ ਪਤਾ ਨਹੀਂ, ਮੈਨੂੰ ਤਾਂ ਕੁਝ ਟਾਈਮ ਲਈ ਇਨਸਾਨੀਅਤ ਤੋਂ ਔਰ ਕਈ ਚੀਜ਼ਾਂ ਤੋਂ ਮੇਰਾ ਦਿਲ ਜਿਹਾ ਉੱਠ ਗਿਆ। ਮੈਨੂੰ ਲੱਗਾ ਕਿ ਮੈਂ ਕਦੀ ਸੋਚ ਹੀ ਨਹੀਂ ਸਕਦੀ, ਕਿਉਂਕਿ ਮੈਂ ਦਿਲੋਂ ਮੈਂ ਉੱਦਾਂ ਦੀ ਨਹੀਂ ਹੈ ਕਿ ਮੈਂ ਤਾਂ ਅੱਜ ਵੀ ਜੇ ਇਹਨੇ ਮੈਨੂੰ ਕਦੀ ਇੱਕ ਗਲਾਸ ਪਾਣੀ ਵੀ ਪਿਲਾਇਆ ਹੋਵੇ ਮੈਂ ਉਹਦੀ ਬਹੁਤ ਕਦਰ ਕਰਦੀ ਹਾਂ। ਤੇ ਹਰ ਬੰਦੇ ਦਾ ਖੈਰ ਆਪਣਾ ਸੋਚ ਹੁੰਦੀ ਹੈ, ਆਪਣੀ ਤਕਦੀਰ ਹੁੰਦੀ ਹੈ, ਸਾਰਾ ਕੁਝ ਹੁੰਦਾ ਹੈ। ਉਹਨੂੰ ਲੱਗਿਆ ਹੋਊਗਾ ਕਿ ਨਹੀਂ ਕਰਨੀ ਚਾਹੀਦੀ ਪ੍ਰਮੋਟ ਮੇਰੀ ਫਿਲਮ, ਜਾਂ ਉਹਨੂੰ ਲੱਗਿਆ ਹੋਏਗਾ ਕਿ ਇਹ ਪੰਜਾਬੀ ਜਿਹੜੀ ਹੈਗੀ ਲੈਂਗੁਏਜ ਜਾਂ ਪੰਜਾਬੀ ਫਿਲਮਾਂ ਛੋਟੀਆਂ ਹੈ, ਉਹ ਕਿਉਂਕਿ ਮਿਸ ਯੂਨੀਵਰਸ ਬਣ ਗਈ ਸੀਗੀ ਉਸ ਤੋਂ ਬਾਅਦ, ਤਾਂ ਫਿਰ ਠੀਕ ਹੈ। ਪਰ ਮੈਂ ਤਾਂ ਸਿਰਫ ਕੋਈ ਗੱਲ ਨਹੀਂ, ਉਹਦੀਆਂ ਮੇਰੇ ਲਈ ਤਾਂ ਬੈਸਟ ਵਿਸ਼ੇਜ਼ ਹੈ ਕਿ ਉਹ ਸਕਸੈਸਫੁਲ ਹੋਵੇ, ਮੈਂ ਹੀ ਉਹਨੂੰ ਚਾਂਸ ਦਿੱਤਾ ਸੀ, ਪਰਮਾਤਮਾ ਉਹਨੂੰ ਭਾਗ ਲਾਵੇ। ਪਰ ਮੈਨੂੰ ਲੱਗਦਾ ਕਿ ਜਦੋਂ ਤੁਸੀਂ ਇੱਕ ਵੱਡੇ ਮਕਾਮ 'ਤੇ ਹੁੰਦੇ ਨਾ, ਇਨਸਾਨ ਅੱਛੇ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਤੁਹਾਡੇ ਕੁਝ ਆਪਣੇ ਹੋਣੀਆਂ ਚਾਹੀਦੀਆਂ ਐਥਿਕਸ, ਤੁਹਾਡੇ ਕੁਝ ਆਪਣੇ ਉਸੂਲ ਹੋਣੇ ਚਾਹੀਦੇ ਲਾਈਫ ਦੇ, ਕਿ ਇਨਸਾਨ ਸਭ ਤੋਂ ਪਹਿਲਾਂ ਇਨਸਾਨ ਵੱਡਾ ਹੋਣਾ ਚਾਹੀਦਾ, ਉਸ ਤੋਂ ਬਾਅਦ ਤੁਸੀਂ ਦੂਸਰੀਆਂ ਚੀਜ਼ਾਂ ਆਉਂਦੀਆਂ। ਮੈਂ ਬੜੇ ਵੱਡੇ ਵੱਡੇ ਲੋਕਾਂ ਨਾਲ ਕੰਮ ਕੀਤਾ ਹੈ ਆਪਣੀ ਲਾਈਫ 'ਚ, ਵੱਡੇ ਤੋਂ ਵੱਡੇ ਡਾਇਰੈਕਟਰ, ਵੱਡੇ ਤੋਂ ਵੱਡੇ ਐਕਟਰ, ਔਰ ਮੈਂ ਉਹਨਾਂ ਨੂੰ ਬਹੁਤ ਡਾਊਨ ਟੂ ਅਰਥ ਦੇਖਿਆ, ਔਰ ਮੈਨੂੰ ਵੀ ਪਰਮਾਤਮਾ ਨੇ ਕਾਫੀ ਸਕਸੈਸ ਦਿੱਤੀ। ਪਰ ਮੈਂ ਕਦੀ ਵੀ ਜੇ ਮੇਰਾ ਪਹਿਲੇ ਹੀ ਫਿਲਮਾਂ ਵਾਲੇ ਜਿਹੜੇ ਵੀ ਮੇਰੇ ਘਰ ਆ ਜਾਂਦੇ ਆ ਨਾ, ਤਾਂ ਮੇਰਾ ਦਿਲ ਕਰਦਾ ਮੈਂ ਇਹਨਾਂ ਦੇ ਪੈਰ ਧੋ ਕੇ ਪੀਵਾਂ। ਮਤਲਬ ਮੈਨੂੰ ਲੱਗਦਾ ਇਹ ਬੰਦੇ ਮੈਨੂੰ ਇੰਡਸਟਰੀ 'ਚ ਲੈ ਕੇ ਆਏ, ਪਰ ਮੈਨੂੰ ਲੱਗਦਾ ਕਿ ਇੱਜ਼ਤ ਕਰਨੀ ਚਾਹੀਦੀ ਹੈ ਉਹਦੀ। ਪਰ ਕੋਈ ਨਹੀਂ, ਉਹਦੇ ਕਰਮ, ਬਾਕੀ ਮੇਰੇ ਕਰਮ। ਐਂਡ ਨਾਓ ਤੁਸੀਂ ਹੁਣ ਜਿਹੜੀ ਸੈਕਿੰਡ ਫਿਲਮ ਕਰ ਰਹੇ ਹੋ ਐਜ਼ ਅ ਡਾਇਰੈਕਟਰ, ਉਸ ਦੇ ਵਿੱਚ ਵੀ ਹਰਨਾਜ਼ ਸੰਧੂ ਹੈ। ਸੋ ਹੁਣ ਹਰਨਾਜ਼ ਸੰਧੂ ਦੇ ਨਾਲ ਤੁਹਾਡੀ ਗੱਲ ਹੋਈ ਹੈ, ਹੁਣ ਤੁਸੀਂ ਉਹਨਾਂ ਨੂੰ ਕਿਹਾ ਹੈ ਕਿ ਇਹ ਦੂਜੀ ਫਿਲਮ ਹੈ, ਇਸ ਨੂੰ ਤਾਂ ਪ੍ਰਮੋਟ ਕਰ, ਕੋਈ ਉਹਨਾਂ ਦੇ ਵੱਲੋਂ ਰਿਪਲਾਈ ਆਇਆ ਹੋਵੇ? ਤੇ ਹੁਣ ਮੈਂ ਕਹਿਣਾ ਵੀ ਨਹੀਂ ਚਾਹੁੰਦੀ, ਕਿਉਂਕਿ ਮੇਰੀ ਜਿਹੜੀ 2 ਲੜਕੀਆਂ ਹੈ, ਸਵਾਤੀ ਸ਼ਰਮਾ ਜਿਹੜੀ ਹੈਗੀ ਹੈ ਨਾਨਕ ਦੇ ਨਾਲ ਲੀਡ 'ਚ ਹੈ, ਵੈਸੇ ਇਹ ਜਿਹੜਾ ਕੈਰੈਕਟਰ ਹਰਨਾਜ਼ ਜੀ ਨੇ ਕੀਤਾ ਹੈਗਾ ਇਹ ਸੈਕਿੰਡ ਲੀਡ ਹੈ। ਤੇ ਜੇ ਨਹੀਂ ਵੀ ਕਰਨਗੇ ਤਾਂ ਕੋਈ ਗੱਲ ਨਹੀਂ, ਕੋਈ ਇਸ਼ੂ ਨਹੀਂ ਹੈਗਾ। ਤੇ ਬਾਕੀ ਮੈਂ ਆਪਣੇ ਵੱਲੋਂ ਉਹਨਾਂ ਨੂੰ ਕਿਹਾ ਸੀਗਾ, ਅਸੀਂ ਅੱਜ ਵੀ ਤੁਸੀਂ ਸਾਡੇ ਦੇਖੋਗੇ ਸਾਰੇ ਅਸੀਂ ਉਹਨੂੰ ਟੈਗ ਵੀ ਕਰਦੇ ਹਾਂ, ਕਿਉਂਕਿ ਉਹਨੇ ਇਹਦੇ 'ਚ ਕੰਮ ਕੀਤਾ ਹੈ, ਬਹੁਤ ਖੂਬਸੂਰਤ ਕੰਮ ਕੀਤਾ ਹੈ, ਬੜੀ ਪਿਆਰੀ ਲੱਗੀ ਹੈ ਉਹ ਇਹਦੇ 'ਚ, ਉਦੋਂ ਛੋਟੀ ਵੀ ਸੀਗੀ, ਤੇ ਅੱਛਾ ਕੰਮ ਹੈ ਉਹਦਾ। ਪਰ ਉਹਦੀ ਮਰਜ਼ੀ ਜੀ। ਤੇ ਇਸ ਦੇ ਨਾਲ ਹੀ ਕਪਿਲ ਸ਼ਰਮਾ ਦੀ ਗੱਲ ਕਰਦੇ ਹਾਂ, ਤੁਸੀਂ ਉਹਨਾਂ ਦੇ ਨਾਲ ਇੱਕ ਸ਼ੋਅ ਕੀਤਾ ਹੋਇਆ ਹੈ ਐਂਡ ਤੁਹਾਡਾ ਉਹ ਕਰੈਕਟਰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ, ਬਟ ਨਾਓ ਪੀਪਲ ਐਕਚੁਅਲੀ ਮਿਸ ਯੂ। ਤੇ ਤੁਹਾਡਾ ਕਪਿਲ ਸ਼ਰਮਾ ਦੇ ਨਾਲ ਕਿਸ ਤਰ੍ਹਾਂ ਦਾ ਰਿਲੇਸ਼ਨ ਹੈ? ਆਈ ਮੀਨ ਕਿਸ ਤਰ੍ਹਾਂ ਦਾ ਬੌਂਡ ਸ਼ੇਅਰ ਕਰਦੇ ਹੋ ਤੁਸੀਂ? ਉਹ ਮੇਰੇ ਛੋਟੇ ਭਰਾ ਦੀ ਤਰ੍ਹਾਂ ਹੈ ਜੀ। ਬਾਈ ਜੀ ਕੁੱਟਣਗੇ 'ਚ ਜਿਹੜਾ ਫਰਸਟ ਵੌਇਸ ਓਵਰ ਹੈ ਉਹ ਕਪਿਲ ਸ਼ਰਮਾ ਨੇ ਦਿੱਤਾ ਹੈ, ਤੇ ਉਹ ਯਾਰਾਂ ਦੀਆਂ ਪੌਂਬਰਾ ਜਿਹੜਾ ਗਾਣਾ, ਇਹਦੇ 'ਚ ਗਾਣਾ ਵੀ ਗਾਣ ਵਾਲੇ ਸੀਗੇ। ਹਾਂ, ਉਹ ਖੁਦ ਆਏ ਵੀ ਸੀ, ਕਹਿੰਦਾ ਕਿ ਅਸੀਂ ਮੈਂ ਗਾਣਾ ਗਾਣਾ, ਤੇ ਫਿਰ ਉਹ ਕੁਛ ਰੀਜ਼ਨਸ ਕਰਕੇ ਉਹ ਗਾਣਾ ਆਪਾਂ ਨਹੀਂ ਕਰ ਸਕੇ। ਪਰ ਲੋਕਾਂ 'ਚ ਇਹ ਬੜੀ ਗਲਤ ਫਹਿਮੀ ਹੈ ਕਿ ਪਤਾ ਨਹੀਂ ਉਪਾਸਨਾ ਔਰ ਕਪਿਲ ਦਾ ਕੋਈ ਝਗੜਾ ਹੈ, ਪਰ ਮੈਂ ਬਿਲਕੁਲ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਉਹ ਮੇਰੇ ਲਈ ਇੱਕ ਫੈਮਿਲੀ ਦੀ ਤਰ੍ਹਾਂ ਹੈ। ਉਹਦੀ ਵਾਈਫ ਗਿੰਨੀ ਮੈਨੂੰ ਪਿਆਰੀ ਲੱਗਦੀ ਹੈ। ਤੇ ਹੁਣ ਵੀ ਥੋੜ੍ਹੇ ਦਿਨ ਪਹਿਲਾਂ ਮੇਰੀ ਕਪਿਲ ਨਾਲ ਗੱਲ ਹੋਈ ਸੀਗੀ, ਤੇ ਕਪਿਲ ਨੇ ਮੈਨੂੰ ਕਿਹਾ ਕਿ ਮੈਂ ਉਪਾਸਨਾ ਜੀ ਆਪਣੀ ਫਿਲਮ ਪ੍ਰਮੋਟ ਕਰ ਰਿਹਾ, ਅੱਜ ਕੱਲ੍ਹ ਉਹ ਆਪਣੀ ਕੋਈ ਫਿਲਮ ਪ੍ਰਮੋਟ ਕਰ ਰਹੇ ਨੇ, ਤੇ ਮੈਂ ਨਹੀਂ ਤਾਂ ਇਹ ਤੁਹਾਨੂੰ ਇਸ ਸ਼ੋਅ 'ਚ ਲੈ ਕੇ ਆਉਂਦਾ, ਆਪਣੇ ਸ਼ੋਅ 'ਚ ਨਾ ਇਹਦੀ ਪ੍ਰਮੋਸ਼ਨ ਲਈ।
ਸੋ ਮੇਰਾ ਉਹਨਾਂ ਨਾਲ ਬਹੁਤ ਅੱਛਾ ਸੰਬੰਧ ਹੈਗਾ, ਹਮੇਸ਼ਾ ਹੀ ਹੈ। ਔਰ ਉਹ ਆਪਣੇ ਮਤਲਬ ਜਿੱਦਾਂ ਸੋਸ਼ਲ ਮੀਡੀਆ ਤੇ ਵੀ ਇਹ ਪਾਉਣ ਵਾਲੇ ਆ ਮੇਰੀ ਫਿਲਮ ਨੂੰ, ਆਪਣਾ ਉਹ ਮਤਲਬ ਇੰਸਟਾ ਤੇ ਪਾਉਣਗੇ। ਸੋ ਮੇਰੀਆਂ ਬੈਸਟ ਵਿਸ਼ੇਜ਼ ਹੈ ਕਪਿਲ ਲਈ ਹਮੇਸ਼ਾ ਹੀ। ਔਰ ਵਿੱਚ ਵੀ ਮੈਂ ਇੱਕ ਵਾਰ ਸ਼ੋਅ ਦਾ ਜੁਆਇਨ ਕੀਤਾ ਸੀ, ਪਰ ਕੀ ਹੈਗਾ ਕਿ ਮੈਂ ਹੁਣ ਖੁਦ ਆਪਣਾ ਪ੍ਰੋਡਕਸ਼ਨ ਹਾਊਸ ਸਟਾਰਟ ਕੀਤਾ, ਮੈਂ ਦੂਸਰੀਆਂ ਫਿਲਮਾਂ 'ਚ ਬਿਜ਼ੀ ਹਾਂ। ਤੁਸੀਂ ਜਦੋਂ ਇੱਕ ਸੀਰੀਅਲ ਲੈ ਲੈਂਦੇ ਹੋ ਨਾ, ਫਿਰ ਤੁਸੀਂ ਬਣ ਜਾਂਦੇ ਹੋ, ਫਿਰ ਤੁਸੀਂ ਦੂਸਰਾ ਕੰਮ ਨਹੀਂ ਕਰ ਸਕਦੇ। ਤਾਂ ਮੈਂ ਹੁਣ ਇਸ ਟਾਈਮ ਥੋੜਾ ਜਿਹਾ ਕੁਝ ਹੋਰ ਕੰਮ ਕਰਨਾ ਚਾਹੁੰਦੀ ਹਾਂ। ਮਤਲਬ ਜੇ ਲੋਕਾਂ ਵੱਲੋਂ ਕਿਹਾ ਜਾਂਦਾ ਕਿ ਕਪਿਲ ਸ਼ਰਮਾ ਤੇ ਉਪਾਸਨਾ ਸਿੰਘ ਦੀ ਲੜਾਈ ਹੋਈ ਹੈ, ਉਹ ਗਲਤ ਹੈ। ਆਈ ਮੀਨ ਤੁਹਾਡਾ ਰਿਲੇਸ਼ਨ ਬਹੁਤ ਵਧੀਆ ਹੈ, ਬੌਂਡ ਵਧੀਆ ਹੈ। ਮੇਰੇ ਲਈ ਤਾਂ ਛੋਟਾ ਬ੍ਰਦਰ, ਉਹਨੂੰ ਕਦੀ ਵੀ ਤੁਸੀਂ ਪੁੱਛੋਗੇ ਉਹ ਬਹੁਤ ਰਿਗਾਰਡ ਕਰਦਾ ਹੈ ਮੇਰੇ ਲਈ। ਅੱਛਾ, ਬਹੁਤ ਰਿਗਾਰਡ ਕਰਦਾ। ਸੋ ਇਸ ਪੂਰੀ ਇੰਡਸਟਰੀ ਦੇ ਵਿੱਚ ਤੁਹਾਡਾ ਫੇਵਰੇਟ ਐਕਟਰ ਕਿਹੜਾ ਰਿਹਾ ਹੈ? ਜ਼ਰੂਰ ਇਹ ਮੈਂ ਤੁਹਾਡੇ ਤੋਂ ਜਾਨਣਾ ਚਾਹਾਂਗੀ। श्रीदेवी और अमित जी, अमिताभ बच्चन जी, ਇਹ ਮੇਰੇ ਸਭ ਤੋਂ ਫੇਵਰੇਟ ਐਕਟਰਸ ਰਹੇ ਨੇ। ਐਕਟਰਸ ਤਾਂ ਮੇਰੇ ਸਾਰੇ ਹੀ ਮੈਨੂੰ ਇੰਨਾ ਪਿਆਰ ਕਰਦੇ ਨੇ। ਜਿੱਦਾਂ ਹੁਣ ਦੇ ਜੇ ਮੈਂ ਇਸ ਟਾਈਮ ਜਨਰੇਸ਼ਨ ਲੈ ਲਾਂ ਤਾਂ ਰਣਬੀਰ ਕਪੂਰ ਬਹੁਤ ਬ੍ਰਿਲੀਅੰਟ ਐਕਟਰ ਨੇ, ਆਲੀਆ ਬਹੁਤ ਅੱਛੀ ਹੈ, ਸ਼ਰਧਾ ਬਹੁਤ ਅੱਛੀ ਹੈ, ਸੋਨਾਕਸ਼ੀ ਮੈਨੂੰ ਬਹੁਤ ਪਸੰਦ ਹੈ ਪਰਸਨਲੀ। ਅਤੇ ਇੱਦਾਂ ਬਹੁਤ ਸਾਰੇ ਐਕਟਰਸ ਨੇ ਜਿਹੜੇ ਇਸ ਟਾਈਮ ਬਹੁਤ ਵਧੀਆ ਪਰਫੋਰਮ ਕਰਦੇ ਨੇ, ਹੈ ਨਾ। ਅਤੇ ਪਰ ਮੈਂ ਜਿੱਦਾਂ ਮੈਂ ਕਹਾਂ ਕਿ ਮੈਂ ਜਿਹਦੀ ਬਹੁਤ ਹੀ ਵੱਡੀ ਫੈਨ ਰਹੀ ਹਾਂ ਹਮੇਸ਼ਾ, ਉਹ ਸ਼੍ਰੀਦੇਵੀ ਔਰ ਅਮਿਤਾਭ ਬੱਚਨ ਜੀ ਦੀ। ਔਰ ਮੈਂ ਦੋਨਾਂ ਨਾਲ ਕੰਮ ਕੀਤਾ। ਸ਼੍ਰੀ ਜੀ ਦੇ ਨਾਲ ਮੈਂ ਜੁਦਾਈ ਫਿਲਮ ਕੀਤੀ ਸੀ, ਜਿਸ 'ਚ ਅੱਬਾ ਡੱਬਾ ਜੱਬਾ ਮੇਰਾ ਮਸ਼ਹੂਰ ਹੋਇਆ ਸੀ। ਹਾਂਜੀ, ਅਤੇ ਉਸ ਤੋਂ ਬਾਅਦ ਉਹਨਾਂ ਨੇ ਇੱਕ ਮਾਲਨੀ ਅਈਅਰ ਕਰਕੇ ਇੱਕ ਸੀਰੀਅਲ ਬਣਾਇਆ ਸੀ, ਉਹਦੇ 'ਚ ਵੀ ਉਹਨਾਂ ਨੇ ਖੁਦ ਮੈਨੂੰ ਰਿਕਮੈਂਡ ਕੀਤਾ ਸੀ ਕਿ ਉਪਾਸਨਾ ਨੂੰ ਲਓ ਇਹਦੇ 'ਚ ਨਾ, ਸ਼੍ਰੀ ਜੀ ਨੇ ਰਿਕਮੈਂਡ ਕੀਤਾ। ਫਿਰ ਇੱਕ ਅਮਿਤ ਜੀ ਦੇ ਨਾਲ ਤਾਂ ਮੈਂ ਕਾਮੇਡੀ ਨਾਈਟਸ ਵਿਦ ਕਪਿਲ 'ਚ 2 ਵਾਰ ਕੰਮ ਕੀਤਾ। ਗੋਡ ਤੁਸੀਂ ਗ੍ਰੇਟ ਹੋ ਫਿਲਮ 'ਚ ਮੈਂ ਉਹਨਾਂ ਦੇ ਨਾਲ ਕੰਮ ਕੀਤਾ। ਰੀਡ ਐਂਡ ਟੇਲਰਸ ਦੀ ਐਡ ਸੀਗੀ, ਉਹਦੇ 'ਚ ਮੈਂ ਉਹਨਾਂ ਦੇ ਨਾਲ ਕੰਮ ਕੀਤਾ। ਸੋ ਮੈਂ ਤਾਂ ਹੀ ਤੁਹਾਨੂੰ ਕਿਹਾ ਕਿ ਮੈਂ ਇੰਨੇ ਵੱਡੇ ਲੋਕਾਂ ਨਾਲ ਕੰਮ ਕੀਤਾ ਹੈ, ਔਰ ਉਹ ਬਹੁਤ ਹੀ ਡਾਊਨ ਟੂ ਅਰਥ। ਮਤਲਬ ਉਹਨਾਂ ਨੇ ਮੈਨੂੰ ਕਦੀ, ਜਦੋਂ ਮੈਂ ਨਵੀਂ ਸੀ ਉਦੋਂ ਕੰਮ ਕੀਤਾ ਤਾਂ ਵੀ ਨਹੀਂ ਕਦੀ ਰਿਅਲਾਈਜ਼ ਹੋਣ ਦਿੱਤਾ ਕਿ ਇਹ ਤਾਂ ਕੋਈ ਮਤਲਬ ਮੈਨੂੰ ਕੋਈ ਜਾਣਦਾ ਨਹੀਂ ਸੀ ਜ਼ਿਆਦਾ ਜਾਂ ਕੁਛ, ਤਾਂ ਵੀ ਉਹਨਾਂ ਨੇ ਮੇਰੇ ਨਾਲ ਬਹੁਤ ਅੱਛਾ, ਬਹੁਤ ਪਿਆਰਾ ਬਿਹੇਵ ਕੀਤਾ। ਅਤੇ ਹੁਣ ਤਾਂ ਖੈਰ ਮੇਰਾ ਥੋੜ੍ਹਾ ਜਿਹਾ ਕੁਛ ਮੈਂ ਕਿਸੇ ਇੱਕ ਮਕਾਮ 'ਤੇ ਹੈਗੀ ਹਾਂ। ਅਤੇ ਉਹਨਾਂ ਨੂੰ ਜਦੋਂ ਮੈਂ ਦੇਖਿਆ ਸੀਗਾ, ਔਰ ਜਦੋਂ ਮੈਂ ਉਹਨਾਂ ਨਾਲ ਫਸਟ ਟਾਈਮ ਸਕਰੀਨ ਸ਼ੇਅਰ ਕੀਤੀ ਸੀ, ਉਹ ਮੂਮੈਂਟਸ ਜਿਹੜੀਆਂ ਮੈਂ ਸ਼ਾਇਦ ਜ਼ਿੰਦਗੀ 'ਚ ਕਦੀ ਨਹੀਂ ਭੁੱਲੂੰਗੀ। ਚਲੋ ਠੀਕ ਹੈ, ਤੁਸੀਂ ਬਾਲੀਵੁੱਡ ਦੇ ਵਿੱਚ ਵੀ ਕੰਮ ਕੀਤਾ, ਪੰਜਾਬੀ ਇੰਡਸਟਰੀ ਦੇ ਵਿੱਚ ਵੀ ਕੰਮ ਕਰ ਰਹੇ ਹੋ, ਬਹੁਤ ਸਾਰੀ ਇੰਡਸਟਰੀ ਦੇ ਵਿੱਚ ਤੁਸੀਂ ਕੰਮ ਕੀਤਾ ਹੈ। ਸੋ ਬਾਲੀਵੁੱਡ ਤੇ ਪੰਜਾਬੀ ਇੰਡਸਟਰੀ ਦੇ ਵਿੱਚ ਕੀ ਫਰਕ ਲੱਗਦਾ ਹੈ ਤੁਹਾਨੂੰ? ਇੱਕ ਸਾਡਾ ਜਿਹੜੀ ਪੰਜਾਬੀ ਫਿਲਮਾਂ ਉਹਨਾਂ ਦਾ ਇੱਕ ਬਜਟ ਹੈ, ਲਿਮਿਟਿਡ ਬਜਟ ਹੈ। ਇੱਥੇ ਹਿੰਦੀ ਫਿਲਮਾਂ ਦਾ ਤਾਂ ਖੈਰ ਕਾਫੀ, ਹਾਂ ਇਹ ਤਾਂ ਜ਼ਿਆਦਾ ਬਜਟ ਹੁੰਦਾ ਹੈ। ਅਤੇ ਇੱਕ ਮੇਰੇ 'ਚ ਜਿਹੜੀ ਮੈਨੂੰ ਉੱਥੇ ਕਮੀ ਲੱਗਦੀ ਹੈ ਇਸ ਟਾਈਮ, ਉੱਥੇ ਥੋੜ੍ਹਾ ਜਿਹਾ ਪ੍ਰੋਫੈਸ਼ਨਲਿਜ਼ਮ ਦੀ ਕਮੀ ਹੈ। ਮਤਲਬ ਜਿੱਦਾਂ ਇੱਥੇ ਲੋਕ ਬਹੁਤ ਹੀ ਪ੍ਰੋਫੈਸ਼ਨਲ ਹੈ, ਜਿੱਦਾਂ ਬੋਂਬੇ 'ਚ ਹੈ, ਜਾਂ ਸਾਊਥ ਵਾਲੇ ਤਾਂ ਸਾਡੇ ਤੋਂ ਵੀ ਜ਼ਿਆਦਾ, ਮਤਲਬ ਜਿੱਦਾਂ ਬੋਂਬੇ ਵਾਲਿਆਂ ਤੋਂ ਵੀ ਜ਼ਿਆਦਾ ਪ੍ਰੋਫੈਸ਼ਨਲ ਹੈ ਸਾਊਥ ਇੰਡਸਟਰੀ ਦਾ। ਪਰ ਪੰਜਾਬੀ ਸਾਡੀ ਫਿਲਮ ਇੰਡਸਟਰੀ ਹਾਲੇ ਵੀ ਕਈ ਚੀਜ਼ਾਂ 'ਚ, ਜਿੱਦਾਂ ਤੁਸੀਂ 9 ਵਜੇ ਦੀ ਸ਼ਿਫਟ ਰੱਖੋ ਤਾਂ ਹੋ ਸਕਦਾ ਉਹ 12 ਵਜੇ ਆਉਣ, ਹੋ ਸਕਦਾ ਉਹ 2 ਵਜੇ ਆਉਣ। ਅਤੇ ਮਤਲਬ ਉਹ ਜਿਹੜੀ ਹਾਲੇ ਤੱਕ ਵੀ ਕਈ ਚੀਜ਼ਾਂ 'ਚ ਉਹ ਸੀਰੀਅਸਨੈਸ ਦੀ ਕਮੀ ਹੈਗੀ ਹੈ, ਸਿੰਸੈਰਿਟੀ ਦੀ ਕਮੀ ਹੈ ਕਈ ਚੀਜ਼ਾਂ 'ਚ। ਪਰ ਵੈਸੇ ਜਿਹੜਾ ਤੁਸੀਂ ਦੇਖੋਗੇ ਕਿ ਪੰਜਾਬੀ ਫਿਲਮ ਇੰਡਸਟਰੀ 'ਚ ਨਾ ਤਾਂ ਵਿਚਾਰਿਆਂ ਨੂੰ ਕੋਈ ਸਾਨੂੰ ਸਬਸਿਡੀ ਮਿਲਦੀ ਹੈ, ਨਾ ਕੁਛ ਮਿਲਦਾ, ਫਿਰ ਵੀ ਆਪਾਂ ਫਿਲਮਾਂ ਬਣਾਉਂਦੇ ਹਾਂ। ਔਰ ਪੰਜਾਬੀ ਮਿਊਜ਼ਿਕ ਅੱਜ ਹਰ ਹਿੰਦੀ ਫਿਲਮ 'ਚ ਰੱਖਿਆ ਜਾਂਦਾ ਹੈ, ਜਾਨ ਹੈ ਪੰਜਾਬੀ ਮਿਊਜ਼ਿਕ, ਮਤਲਬ ਇੰਨਾ ਕੁ ਵਧੀਆ ਸਾਡੀ ਜਿਹੜਾ। ਔਰ ਪੰਜਾਬੀ ਕੈਰੈਕਟਰਸ ਰੱਖੇ ਜਾਂਦੇ ਹੈ, ਮਤਲਬ, ਅਤੇ ਇਹ ਸ਼ਾਨ ਹੈ ਪੰਜਾਬ ਦੀ। ਬਹੁਤ ਵਧੀਆ ਸਿੰਗਰਸ ਹੈ ਉੱਥੇ, ਬਹੁਤ ਵਧੀਆ ਐਕਟਰਸ ਨੇ, ਪਰਫੋਰਮਰਸ ਬੜੇ ਅੱਛੇ ਨੇ। ਬਸ ਆਹੀ ਜਿਹੜਾ ਨਾ ਕਈ ਵਾਰ ਜਿੱਦਾਂ ਕਈ ਚੀਜ਼ਾਂ 'ਚ ਕਮੀ ਹੁੰਦੀ ਹੈ, ਜਿੱਦਾਂ ਇੱਕ ਫਿਲਮ ਜੇ ਕੋਈ ਬੰਦਾ ਲਾਉਣਾ ਚਾਹੁੰਦਾ ਹੈ ਥੀਏਟਰਾਂ 'ਚ, ਤਾਂ ਦੂਸਰਾ ਬੰਦਾ ਵੀ ਸੇਮ ਡੇਟ 'ਤੇ ਆਪਣੀ ਫਿਲਮ ਲਗਾ ਦਿੰਦਾ ਹੈ। ਇਹ ਜਿਹੜੀਆਂ ਚੀਜ਼ਾਂ ਨਾ, ਜੇ ਅਸੀਂ ਇਹ ਮਤਲਬ ਖੁੰਦਕਬਾਜ਼ੀ ਔਰ ਇਹ ਸਾਰੀਆਂ ਚੀਜ਼ਾਂ ਜੇ ਛੱਡ ਦਈਏ ਆਪਾਂ ਪੰਜਾਬੀ, ਉਹ ਕਹਿੰਦੇ ਮੇਰਾ ਨੁਕਸਾਨ ਚਾਹੇ ਹੋ ਜਾਏ ਪਰ ਦੂਜੇ ਦਾ ਹੋਣਾ ਚਾਹੀਦਾ। ਇਹ ਵਾਲੀ ਚੀਜ਼ ਜਿਹੜੀ ਹੈ ਇਹ ਮੈਨੂੰ ਨਹੀਂ ਅੱਛੀ ਲੱਗੀ ਉੱਥੇ ਜਿਹੜੀ ਨਾ। ਅਤੇ ਮਤਲਬ ਮੈਨੂੰ ਲੱਗਾ ਜੇ ਮੇਰੇ ਨਾਲ ਇੱਦਾਂ ਹੋ ਸਕਦਾ ਤਾਂ ਬਾਹਰਲੇ ਲੋਕਾਂ ਨਾਲ ਤਾਂ ਵਿਚਾਰਿਆਂ ਨਾਲ ਪਤਾ ਨਹੀਂ ਕੀ ਹੁੰਦਾ ਹੋਊਗਾ। ਤਾਂ ਉਹ ਬਹੁਤ ਤਕਲੀਫਦਾਇਕ ਹੁੰਦਾ। ਇੱਕ ਬੰਦੇ ਨੇ ਬੜੀ ਮਿਹਨਤ ਨਾਲ ਫਿਲਮ ਬਣਦੀ ਹੈ, ਕਿੰਨਾ ਟਾਈਮ ਲੱਗਦਾ ਹੈ, ਕਿੰਨੀ ਜਾਨ ਲੱਗਦੀ ਹੈ, ਐਨਰਜੀ ਲੱਗਦੀ ਹੈ, ਐਕਟਰਾਂ ਦਾ ਕੰਮ ਹੁੰਦਾ ਸਾਰਾ। ਇੱਕ ਐਜ਼ ਏ ਪ੍ਰੋਡਿਊਸਰ, ਐਜ਼ ਏ ਡਾਇਰੈਕਟਰ ਤੁਹਾਨੂੰ ਬਹੁਤ ਕੰਮ ਕਰਨਾ ਪੈਂਦਾ। ਫਿਰ ਜਦੋਂ ਇੱਦਾਂ ਦੀਆਂ ਇਹ ਵਾਲੇ ਜਿਹੜੀਆਂ ਹਰਕਤਾਂ ਕੀਤੀਆਂ ਜਾਂਦੀਆਂ ਕਿ ਚਲੋ ਜੀ ਦੂਸਰੇ ਨੂੰ ਨੀਚਾ ਦਿਖਾਓ ਜਾਂ ਦੂਸਰੇ ਦੀ ਫਿਲਮ ਨਾ ਚੱਲੇ, ਮੇਰੀ ਵੀ ਨਾ ਚਾਹੇ ਚੱਲੇ, ਇਹ ਨਹੀਂ ਹੋਣਾ ਚਾਹੀਦਾ। ਅਸੀਂ ਜੇ ਸਾਰੇ ਮਿਲ ਕੇ ਚੱਲੀਏ,
ਇੱਕ ਵਧੀਆ ਇੱਕ ਅੱਛਾ ਮਾਹੌਲ ਬਣਾ ਕੇ ਚੱਲੀਏ ਕਿ ਇਹਦੀ ਫਿਲਮ ਆ ਰਹੀ ਹੈ ਜੀ। ਜਦੋਂ ਮੈਂ ਆਪਣੀ ਇਹ ਫਿਲਮ ਜਿਹੜੀ ਹੁਣ ਲਗਾ ਰਹੀ ਹਾਂ ਯਾਰਾਂ ਦੀਆਂ ਪੌਂ 12 30 ਮਾਰਚ ਨੂੰ, ਮੈਨੂੰ ਕਿਸੇ ਨੇ ਕਿਹਾ ਕਿ ਤੁਸੀਂ ਜੀ ਇਹ ਤੋਂ ਪਹਿਲੇ ਵਾਲੇ ਹਫਤੇ 'ਚ ਲਗਾਓ। ਉਹ ਪਹਿਲੇ ਵਾਲੇ ਹਫਤੇ 'ਚ ਕੋਈ ਦੂਸਰੀ ਫਿਲਮ ਆ ਰਹੀ ਸੀਗੀ ਤੇ ਮੈਨੂੰ ਮੇਰੇ ਪੰਡਿਤ ਜੀ, ਅਸੀਂ ਕਈ ਵਾਰ ਉਹ ਕੱਢ ਦਿੰਦੇ ਨਾ, ਮੈਂ ਕਿਹਾ ਸਭ ਤਰ੍ਹਾਂ ਦਾ ਪਤਾ ਕਰੀਏ। ਮੈਂ ਜੇ ਫਿਲਮ ਲਗਾਉਂਗੀ ਉਹ ਕਹੋਗੇ ਉਪਾਸਨਾ ਜੀ ਨੂੰ ਪਤਾ ਸੀ ਸਾਡੀ ਫਿਲਮ ਆ ਰਹੀ ਹੈ, ਫਿਰ ਵੀ ਸਾਡੀ ਫਿਲਮ ਤੇ ਲਾਤਾ। ਔਰ ਫਿਰ ਹੁਣ ਮੈਂ ਆਪਣੀ ਫਿਲਮ ਅਨਾਉਂਸ ਕੀਤੀ, ਸਾਰੀਆਂ ਡੇਟਾਂ ਲੋਕਾਂ ਦੀਆਂ ਚੈੱਕ ਕਰਕੇ ਸਾਰਾ ਕੁਝ ਕਿ ਕਿਸੇ ਤਰ੍ਹਾਂ ਕੋਈ ਪੰਜਾਬੀ ਫਿਲਮ ਨਾ ਆਵੇ। ਤਾਂ ਹੁਣ ਇੱਕ ਹੋਰ ਫਿਲਮ ਉਹਨਾਂ ਨੇ ਕਿਸੇ ਨੇ ਪਾਤੀ। ਮੀਨਸ ਆਹ ਜਿਹੜਾ ਇਹ ਵਾਲਾ ਜਿਹੜਾ ਮਾਹੌਲ ਹੈ ਨਾ, ਇਹ ਨਹੀਂ ਹੋਣਾ ਚਾਹੀਦਾ ਮੈਨੂੰ ਲੱਗਦਾ ਪੰਜਾਬ 'ਚ ਨਾ। ਤੇ ਸਾਨੂੰ ਮਿਲ ਕੇ ਚੱਲਣਾ ਚਾਹੀਦਾ। ਜਦੋਂ ਇੱਕ ਵੀ ਬੰਦੇ ਦੀ ਫਿਲਮ ਆ ਰਹੀ ਹੈ ਤਾਂ ਅਸੀਂ ਇੱਕ ਹਫਤੇ ਦਾ ਘੱਟ ਤੋਂ ਘੱਟ ਗੈਪ ਦਈਏ, ਹਾਂ, ਤਾਂ ਕਿ ਉਸ ਇੱਕ ਫਿਲਮ ਨੂੰ ਪਹਿਲਾਂ, ਕਿਉਂਕਿ ਇੰਨਾ ਤਾਂ ਹੈ ਨਹੀਂ ਕਿ ਕੁਝ ਇੱਕ ਲਿਮਿਟਿਡ ਆਡੀਅנס ਹੈ ਪੰਜਾਬੀ ਫਿਲਮਾਂ ਦੀ, ਤੇ ਉਹ ਵੰਡ ਜਾਂਦੀ ਹੈ ਕਿ ਜਿੱਦਾਂ 30% ਉੱਧਰ ਚਲੇਗਾ, 70% ਉੱਧਰ, 50% ਤਾਂ ਤੁਸੀਂ ਆਪਣਾ ਵੀ ਨੁਕਸਾਨ ਕਰ ਰਹੇ ਹੋ, ਦੂਜੇ ਦਾ ਵੀ ਕਰ ਰਹੇ ਹੋ ਜੀ। ਤੇ ਇਸ ਕਰਕੇ ਤਕਲੀਫ ਦਿੰਦੀਆਂ ਕਿ ਆਪਾਂ ਉੱਥੇ ਕਿਉਂ ਨਹੀਂ ਇਕੱਠੇ ਹੋ ਕੇ ਚੱਲਦੇ। ਵੈਲ ਇਟ ਵਾਸ ਲਵਲੀ ਟਾਕਿੰਗ ਟੂ ਯੂ। ਸੋ ਲਾਸਟਲੀ ਅਸੀਂ ਇਹ ਜਾਨਣਾ ਚਾਹਾਂਗੇ ਕਿ ਤੁਹਾਡੇ ਅਪਕਮਿੰਗ ਪ੍ਰੋਜੈਕਟਸ ਕਿਹੜੇ-ਕਿਹੜੇ ਹੈਗੇ ਨੇ। ਇਹ ਤੋਂ ਬਾਅਦ ਮੈਂ ਹਿੰਦੀ ਵੈਬ ਸੀਰੀਜ਼ ਪਲਾਨ ਕੀਤੀ ਹੈ। ਮੈਂ ਸਬਜੈਕਟਸ ਸੁਣ ਰਹੀ ਹਾਂ, ਉਹ ਮੈਂ ਪ੍ਰੋਡਿਊਸ ਕਰੂੰਗੀ ਇਸ ਤੋਂ ਬਾਅਦ। ਤੇ ਪਰ ਹਾਲੇ ਤਾਂ ਮੇਰੀ ਪੂਰਾ ਧਿਆਨ ਜਿਹੜਾ ਹੈਗਾ, ਕਿਉਂਕਿ 30 ਮਾਰਚ ਨੂੰ ਰਿਲੀਜ਼ ਹੋਣੀ ਹੈ ਯਾਰਾਂ ਦੀਆਂ ਪੌਂ 12, ਪੂਰੀ ਕੰਸਨਟ੍ਰੇਸ਼ਨ ਹੀ ਉੱਧਰ ਹੈ ਤੇ ਕੁਝ ਹੋਰ ਸਮਝ ਹੀ ਨਹੀਂ ਆਉਂਦਾ ਉਸ ਤੋਂ ਇਲਾਵਾ। So thank you so much guys. You guys were watching Ken Punjab.